श्री वाहिगुरु साहिब जी। एक ओंकार सतनाम करता पुरख निर्भय निर्वैर अकाल मूरत अजूनी सैभं गुर प्रसाद। दंडोत वंदन हनुत बार। सर्व कला समरथ दोलन ते राखो प्रभु। नानक दे कर हथ पूरा प्रभ आराध्या। पूरा जाता नाम नानक पूरा पाया। पूरे के गुण गाओ। फिरत फिरत प्रभ आया। परया दो सरनाए। नानक की प्रभ बेनती। अपनी भगति दाए। तेरे कवन कवन गुण कह कह गावा। तू साहिब गुणी निधाना। तुम्हारी महिमा वारन न साको। तू ठाकुर पूज भगवाना। बाणी गुरु गुरु है बाणी। विच बाणी अमृत सारे। गुर बाणी कहै सेवक जन मानै। परतख गुरु निस्तारे। सो कहो टल गुर सेविय। अहनिस सहज सुभाए। दर्शन परसेरै गुरु कै। जन्म मरण दुख जाए। होवै सिफत सामदी। नूर अरस हो कुस हो चटिया। तुध डिठे सचे पातशाह। मर जन्म जन्म दी कटिया। सजन सचा पातशाह। सिरसा मातै साहो। जिस पास बैठिया सोहिया। सपना दा
ਸਾਹਿਬ ਜੀ। ਓਖ ਤੁਖਾਰ ਬੜੈ ਬਣ ਤ੍ਰਿਣ ਰਸ ਸੋਖੈ। ਆਵਤ ਕੀ ਨਾਹੀ ਮਨ ਤਨ ਵਸਹਿ ਮੁਖੇ। ਓਖ ਤੁਖਾਰ ਪੜੈ ਬਣ ਤ੍ਰਿਣ ਰਸ ਸੋਖੈ। ਆਵਤ ਕੀ ਨਾਹੀ ਮਨ ਤਨ ਵਸਹਿ ਮੁਖੇ। ਮਨ ਤਨ ਰਵ ਰਹਿਆ ਜਗ ਜੀਵਨ। ਗੁਰ ਸ਼ਬਦੀ ਰੰਗ ਮਾਣੀ। ਅੰਡਜ ਜੇਰਜ ਸੇਤਜ ਉਤਭੁਜ। ਘਟ ਘਟ ਜੋਤ ਸਮਾਣੀ। ਦਰਸ਼ਨ ਦੇਹੋ ਦਇਆ ਤਤ ਦਾਤੇ। ਗਤ ਪਾਵੋ ਮਤ ਦੇਹੋ। ਨਾਨਕ ਰੰਗ ਰਵੈ ਰਸ ਰਸੀਆ। ਹਰਿ ਸਿਉ ਪ੍ਰੀਤ ਸਨੇਹੋ। ਦਰਸ਼ਨ ਦੇਹੋ ਦਇਆ ਪਤ ਦਾਤੇ। ਗਤ ਪਾਵੋ ਮਤ ਦੇਹੋ। ਨਾਨਕ ਰੰਗ ਰਵੈ ਰਸ ਰਸੀਆ। ਹਰਿ ਸਿਉ ਪ੍ਰੀਤ ਸਨੇਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ। ਬਾਣੀ ਕੇ ਗੋਬਿੰਦ ਜਾਹਰਾ ਜਬੂਰ ਹਾਜਰਾ ਜਬੂਰ। ਸਭ ਕਲਾ ਸਮਰੱਥ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਰਿੱਗੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ। ਬੜ ਭਾਗੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਸਹਿਬ ਕੁਮਾਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ। ਮਹਾਨ ਪਵਿੱਤਰ ਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼੍ਰਵਣ ਕੀਤੇ ਹਨ। ਸਵਾਲ ਸਵਾਰਿਓ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਤੁਖਾਰੀ ਰਾਗ ਦੇ ਵਿੱਚੋਂ 12 ਨਾਮੇ ਬਾਣੀ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਚਾਰਨ ਕੀਤੀ ਹੋਈ ਹੈ।
ਪਾਵਨ ਬਾਣੀ ਦੀ ਆਪ ਜੀ ਵਿਚਾਰ ਸਰਵਣ ਕਰਦੇ ਆ ਰਹੇ ਹਨ। ਜੋ ਪਾਵਨ ਸ਼ਬਦ ਆਪ ਜੀ ਨੇ ਸਰਵਣ ਕੀਤਾ ਹੈ, ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸਰਵਣ ਕਰਨੀ ਹੈ। ਆਓ ਵਿਚਾਰ ਕਰਨ ਤੋਂ ਪਹਿਲਾਂ ਕਰੋ ਸਾਰੇ ਆਪਣੀ ਛੱਡੀਆਂ ਹੋਈਆਂ ਬਿਰਤੀਆਂ ਨੂੰ ਕੇਂਦਰਿਤ, ਧਿਆਨ ਨੂੰ ਚਰਨਾਂ ਨੂੰ ਜੋੜੋ ਤੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੋਖ ਤੁਖਾਰ ਪੜੈ ਬਾਟਣ ਰਸ ਸੁਖ ਹੈ। ਉਹਦੇ ਮਹੀਨੇ ਦੀ ਕੱਲ ਸ਼ੁਰੂਆਤ ਹੋਈ ਸੀ। ਅੱਜ 2 ਪੋਹ ਦਾ ਦਿਨ ਹੈ ਤੇ 2 ਪੋਹ ਦੇ ਦਿਨ ਜਿਹੜਾ ਜਦੋਂ ਆਪਾਂ ਵਿਚਾਰ ਕੇ ਦੇਖੀਏ ਆਪਣੀਆਂ ਬਿਰਤੀਆਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਲਿਜਾਣਾ ਕਰੀਏ ਕਿ ਕਿਹੋ ਜਿਹੇ ਹਾਲਾਤ ਬਣੇ ਹੋਏ ਸਨ ਜਦੋਂ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਿਲ੍ਹਾ ਆਨੰਦਗੜ੍ਹ ਵਿਖੇ ਅਨੰਦਪੁਰ ਸਾਹਿਬ ਦੀ ਧਰਤੀ ਤੇ, ਜਿਹਨੂੰ 22 ਧਾਰ ਦੇ ਰਾਜਿਆਂ ਨੇ ਔਰੰਗਜ਼ੇਬ ਬਾਦਸ਼ਾਹ ਦੀ ਫੌਜ, ਸੂਬਾ ਸਰਹੰਦ, ਵਜੀਦ ਖਾਨ ਇਤਿਹਾਸ ਬਹੁਤ ਸਾਰਿਆਂ ਨੇ ਇਕੱਤਰ ਹੋ ਕੇ ਘੇਰਾ ਪਾਇਆ ਹੋਇਆ। ਤਕਰੀਬਨ 7-8 ਮਹੀਨਿਆਂ ਦਾ ਇਹ ਘੇਰਾ, ਜਿਹਦੇ ਵਿੱਚ ਅੰਦਰ ਜਿਹੜੀਆਂ ਰਸਤਾਂ ਵਸਤਾਂ ਇਤਿਹਾਸ ਸਭ ਕੁਝ ਬੰਦ। ਇੱਥੋਂ ਤੱਕ ਜ਼ਾਲਮਾਂ ਨੇ ਜਿਹੜਾ ਪਾਣੀ ਦਾ ਸੂਆ ਹੁੰਦਾ ਸੀ ਉਹ ਸੂਆ ਵੀ ਬੰਦ ਕਰ ਦਿੰਦਾ ਸੀ। ਇਸ ਜਲ ਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਿੰਘ ਸੂਰਮੇ ਵਰਤਦੇ ਸਨ, ਛਕਦੇ ਸਨ। ਉਹ ਸੂਆ ਵੀ ਬੰਦ ਕੀਤਾ ਗਿਆ ਸੀ। ਪਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਚੜ੍ਹਦੀ ਕਲਾ ਦੇ ਵਿੱਚ ਰਹੇ। ਅੱਜ ਕੱਲ੍ਹ ਤਾਂ ਸਰਦੀ ਬੜੀ ਘੱਟ ਪੈਂਦੀ ਹੈ, ਉਦੋਂ ਸਮਾਂ ਇਹੋ ਜਿਹਾ ਸੀ, ਬਹੁਤ ਆਪਦੀ ਸਰਦੀ ਪੈਂਦੀ ਹੁੰਦੀ ਸੀ ਤੇ ਸਰਦੀ ਦੇ ਵਿੱਚ ਗੁਰੂ ਕੇ ਸਿੰਘ ਸੂਰ ਭੁੱਖੇ ਭਾਣੇ ਸਨ। ਚਾਹੇ ਆਪਦੀ ਸਰਦੀ ਹੋਵੇ, ਧੁੰਦ ਪੈਂਦੀ ਹੋਵੇ, ਬਰਫ਼ ਪੈਂਦੀ ਹੋਵੇ, ਗੁਰਸਿੱਖਾਂ ਦੇ ਮਨ ਦੇ ਵਿੱਚ ਗੁਰੂ ਪਾਤਸ਼ਾਹ ਦੇ ਪ੍ਰਤੀ ਉਤਸ਼ਾਹ ਕਿ ਆਪਾਂ ਗੁਰੂ ਪਾਤਸ਼ਾਹ ਦੇ ਦਰਸ਼ਨ ਦੀਦਾਰੇ ਕਰਨੇ ਹਨ। ਅਨੰਦਪੁਰ ਸਾਹਿਬ ਦੀ ਧਰਤੀ ਤੇ ਬਹੁਤ ਸਾਰੇ ਕੌਤਕ ਗੁਰਦੇਵ ਪਿਤਾ ਜੀ ਨੇ ਕੀਤੇ ਹਨ। ਜੇ ਆਪਾਂ ਅਨੰਦਪੁਰ ਸਾਹਿਬ ਦੀ ਧਰਤੀ ਦਾ ਵਰਣਨ ਕਰਨ ਲੱਗ ਜਾਈਏ ਨਾ, ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਕਿਹੜੇ ਕਿਹੜੇ ਕੌਤਕ ਕੀਤੇ ਨੇ, ਤੇ ਬਹੁਤ ਲਵੇਰਾ ਸਮਾਂ ਚਾਹੀਦਾ। 1 ਮਹੀਨਾ ਜੇ ਵਿਚਾਰ ਕਰੀਏ ਤਾਂ ਵੀ ਗੁਰੂ ਸਵਾਰਿਓ ਅਨੰਦਪੁਰ ਸਾਹਿਬ ਦੀ ਕਥਾ ਹੈ, ਕਥਾ ਨਹੀਂ ਕੀਤੀ ਜਾ ਸਕਦੀ। ਐਡਾ ਵੱਡਾ ਇਤਿਹਾਸ ਹੈ ਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਅਨੇਕਾਂ ਪ੍ਰਕਾਰ ਦੇ ਕੌਤਕ ਕੀਤੇ। ਇੱਕ ਸਮਾਂ ਐਸਾ ਵੀ ਸੀ, ਕਈ ਵਾਰ ਸਤਿਗੁਰੂ ਸਿੰਘਾਂ ਨਾਲ ਹਾਸ ਮਜ਼ਾਕ ਕਰਦੇ। ਸਿੰਘ ਸੂਰਮੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰ ਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਚੱਲ ਕੇ ਆਉਂਦੀਆਂ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕੇ ਟਹਿਲ ਸੇਵਾ ਕਰਦੀਆਂ। ਕਹਿੰਦੇ ਨੇ ਇੱਕ ਸਮੇਂ ਦੀ ਗਾਥਾ, ਇੱਕ ਸੰਗਤ ਦਾ ਜਥਾ ਚੱਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ। ਉਹਨਾਂ ਨੇ ਹਫ਼ਤਾ 10 ਦਿਨ ਸੇਵਾ ਕੀਤੀ। ਜੋ ਸੇਵਾ ਕੀਤੀ, ਸੇਵਾ ਕਰਨ ਤੋਂ ਬਾਅਦ ਗੁਰੂ ਕਲਗੀਧਰ ਪਾਤਸ਼ਾਹ ਦੀ ਹਜ਼ੂਰੀ ਵਿੱਚ ਪਹੁੰਚ ਕੇ ਕਹਿਣ ਲੱਗੇ, ਪਾਤਸ਼ਾਹ ਜੀ ਨੂੰ ਆਗਿਆ ਦਿਓ, ਅਸੀਂ ਆਪਣੇ ਨਗਰ ਵਾਪਸ ਜਾਣਾ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਚਨ ਕੀਤੇ, ਕਹਿਣ ਲੱਗੇ ਹਾਲੇ 5 ਦਿਨ ਹੋਰ ਸੇਵਾ ਕਰੋ। 7 ਵਚਨ ਜੀ
5 दिन सेवा की। 5 दिनों बाद फिर गुरु कलगीधर पातशाह महाराज के कोल आए। सतगुरु हुण आग्या दो। सतगुरु कह लगे 10 दिन होर सेवा करो भाई। इस तरह करते हुए महीना लग गया। ਜਿਹੜੇ ਹੁਣ ਸਿੰਘ ਸਨ ਉਤਾਵਲੇ ਹੋਏ ਨੇ ਕਿ ਆਪਣੇ ਪਰਿਵਾਰ ਨੂੰ ਜਾ ਕੇ ਮਿਲੀਏ। ਕਲਗੀਧਰ ਪਾਤਸ਼ਾਹ ਖਿੜ ਵਰਤਾ ਰਹੇ ਨੇ। ਹੁਣ ਤਾਂ ਵਾਰ-ਵਾਰ ਸਤਿਗੁਰੂ ਕੋਲ ਜਾਂਦੇ ਨੇ ਤੇ ਸਤਿਗੁਰੂ ਅੱਗੋਂ ਇਹੀ ਆਖਦੇ ਨੇ ਕਿ ਭਾਈ ਸੇਵਾ ਕਰੋ, ਹਰ ਕਿਸੇ ਨੇ ਘਰ ਨਹੀਂ ਜਾਣਾ। ਕਿਸੇ ਨੇ ਵੀ ਅਨੰਦਪੁਰ ਸਾਹਿਬ ਦੀ ਜੁਗੋ ਕੇ ਪਾਰ ਨਹੀਂ ਕਰਨੀ। ਅਨੰਦਪੁਰ ਸਾਹਿਬ ਦੀ ਹੱਦ ਦੇ ਵਿੱਚ ਹੀ ਰਹਿਣਾ। ਇਹ ਪਾਤਸ਼ਾਹ ਨੇ ਬਚਨ ਕਰ ਦਿੱਤੇ, ਸਿੰਘਾਂ ਨੂੰ ਹੁਕਮ ਕਰ ਦਿੱਤਾ कि कोई आनंदपुर साहब तो बाहर न लगे। टकराई कर दी गई। हुण गुरु कलगीधर पातशाह महाराज हुक्म सारे मानते पर ਜਿਹੜੇ ਸਿੰਘ ਸੀ ਨਾ, ਜਿਹੜੇ ਸੰਗਤ ਜਥਾ ਆਇਆ ਸੀ, ਉਹਨਾਂ ਦੇ ਮਨ 'ਚ ਇਹ ਵਿਚਾਰ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਘਰ ਵਾਪਸ ਚਲੇ ਜਾਈਏ। ਆਪਸ ਵਿੱਚ ਬੈਠ ਕੇ ਗੱਲਾਂ ਬਾਤਾਂ ਕਰਦੇ ਨੇ, ਕਹਿੰਦੇ ਚੰਗੇ ਅਸੀਂ ਫਸੇ। ਅਸੀਂ ਤਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਏ ਸੀ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਘਰ ਨਹੀਂ ਜਾਣ ਦਿੰਦੇ। ਅਸੀਂ ਹੁਣ ਕਰੀਏ ਕੀ? ਉਹਨਾਂ ਵਿੱਚ ਇੱਕ ਸਿੱਖ ਆਖਣ ਲੱਗਿਆ, ਕਹਿਣ ਲੱਗਿਆ ਆਪਾਂ ਇੱਥੇ ਇੱਕ ਖੇਡ ਵਰਤਾਉਂਦੇ ਹਾਂ। ਮੈਂ ਜਾਣ ਬੁੱਝ ਕੇ ਚੜ੍ਹਾਈ ਕਰਨ ਦਾ ਮੈਂ ਬਹਾਨਾ ਕਰਾਂਗਾ। ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਾ ਕੇ ਬੇਨਤੀ ਕਰਨੀ ਕਿ ਸਤਿਗੁਰੂ ਫਲਾਣਾ ਸਿੰਘ ਚੜ੍ਹਾਈ ਕਰ ਚੁੱਕਾ ਤੇ ਅਸੀਂ ਸਤਿਗੁਰੂ ਜੀ ਨੂੰ ਘਰ ਲੈ ਕੇ ਆਉਣਾ, ਉੱਥੇ ਸੰਸਕਾਰ ਕਰਨਾ ਹੈ। ਸਾਰੀ ਜੋਮਤ ਬਣਾਈ ਗਈ। ਕਹਿੰਦੇ ਉਹਨੇ ਨਾਟਕ ਕੀਤਾ ਚੜ੍ਹਾਈ ਕਰਨ ਦਾ। ਇੱਕ ਜੇਖਾ ਉੱਤੇ ਨੂੰ ਇਸ ਤਰ੍ਹਾਂ ਹਾਥੀ ਉੱਤੇ ਪਾਇਆ ਗਿਆ, ਚਿੱਟੇ ਕਪੜੇ ਤੇ ਲਪੇਟ ਦਿੱਤਾ ਗਿਆ ਤੇ ਕਪੜੇ ਤੇ ਲਪੇਟ ਕੇ ਜਦੋਂ ਤੁਰਨ ਲੱਗੇ ਨਾ ਤੇ ਕਲਗੀਧਰ ਪਾਤਸ਼ਾਹ ਦਰਬਾਰ ਸਜਿਆ ਹੋਇਆ, ਉੱਥੋਂ ਮੱਥਾ ਟੇਕਿਆ। ਸਤਿਗੁਰੂ ਕਹਿੰਦੇ ਭਾਈ ਕੀ ਹੋ ਗਿਆ? ਹੁਣ ਅੰਤਰਜਾਮੀ ਪਾਤਸ਼ਾਹ ਜਾਣਦੇ ਸਭ ਕੁਝ ਨੇ। ਕਹਿਣ ਲੱਗੇ ਸਤਿਗੁਰੂ ਫਲਾਣਾ ਸਿੰਘ ਚੜ੍ਹਾਈ ਕਰ ਗਿਆ। ਸਿੰਘ ਚੜ੍ਹਾਈ ਕਰਕੇ ਇਹਦਾ ਸੰਸਕਾਰ ਕਰਨਾ ਹੈ। ਇਹਦੇ ਮਨ ਦੀ ਇੱਛਾ ਸੀ, ਜਦੋਂ ਇਹ ਚੜ੍ਹਾਈ ਕਰਨ ਲੱਗੇ ਨੇ ਆਖਣਾ ਕੀਤਾ ਕਿ ਮੇਰੇ ਨਗਰ ਹੀ ਮੈਨੂੰ ਲੈ ਕੇ ਜਾਣਾ, ਮੇਰੇ ਪਰਿਵਾਰ ਦੇ ਵਿੱਚ ਹੀ ਮੇਰਾ ਸੰਸਕਾਰ ਕਰਨਾ ਹੈ। ਅੰਤਰਜਾਮੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਖਣ ਲੱਗੇ, ਕਹਿਣ ਲੱਗੇ ਭਾਈ ਸਾਡਾ ਪਿਆਰਾ ਸਿੰਘ ਸੀ, ਬੜੀ ਸੇਵਾ ਕੀਤੀ ਗੁਰੂ ਘਰ ਦੀ, ਸ਼ਰਧਾਲੂ ਸੀ, ਇਸ ਕਰਕੇ ਇਹਦਾ ਸੰਸਕਾਰ ਆਪਾਂ ਆਨੰਦਪੁਰ ਸਾਹਿਬ ਦੀ ਧਰਤੀ ਦੀ ਕਰਨਾ ਹੈ। ਹੁਣ ਜਦੋਂ ਇਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਵਚਨ ਕੀਤੇ ਤੇ ਅੱਗੋਂ ਹੁਣ ਮਨ 'ਚ ਡਰ ਖੌਫ ਪੈਦਾ ਹੋ ਰਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆਨੰਦਪੁਰ ਸਾਹਿਬ ਸਤਿਕਾਰ ਕਰਨਾ ਹੈ, ਸਾਡਾ ਬਾਜ ਸਾਰਾ ਉੱਡ ਜਾਣਾ। ਤੇ ਜਦੋਂ ਸਤਿਗੁਰੂ ਕਹਿਣ ਲੱਗੇ ਕਿ ਮੈਂ ਨਾਲ ਚੱਲਦਾ ਤੁਹਾਡੇ, ਸਾਡਾ ਸਿੰਘ ਹੈ ਭਾਈ, ਸੇਵਾ ਕੀਤੀ ਹੈ, ਅਸੀਂ ਆਪਣੇ ਹੱਥੀਂ ਸਤਿਕਾਰ ਕਰਾਂਗੇ। ਤੇ ਗੁਰੂ ਸਵਾਰੇ ਗੁਰੂ ਕਲਗੀਧਰ ਪਾਤਸ਼ਾਹ ਨਾਲ ਤੁਰੇ ਨੇ। ਕਹਿੰਦੇ ਚੇਖਾ ਤਿਆਰ ਕੀਤੀ ਗਈ। ਜਦ ਚੇਖਾ ਨੂੰ ਲਾਗੂ ਲਾਉਣ ਦੀ ਵਾਰੀ ਆਈ ਨਾ ਤੇ ਸਿੰਘ ਉੱਠ ਕੇ ਖਲੋ ਗਿਆ, ਕਹਿਣ ਲੱਗਾ ਪਾਤਸ਼ਾਹ ਖਿਮਾ ਕਰੋ। ਸਤਿਗੁਰੂ ਮੇਰੇ ਮਨ 'ਚ ਤਾਂ ਪਰਿਵਾਰ ਦਾ ਮੋਹ ਸੀ, ਮੈਂ ਆਪਣੇ ਪਰਿਵਾਰ ਨੂੰ ਮਿਲਣਾ ਚਾਹੁੰਦਾ ਸੀ, ਇਸ ਕਰਕੇ ਸਤਿਗੁਰੂ ਜੀ ਇਹ ਸਾਰੀ ਖੇਡ ਵਰਤਾਈ ਹੈ ਤੇ ਸਾਨੂੰ ਆਪ ਜੀ ਮਾਫ ਕਰਨਾ। ਇਹੋ ਜਿਹੀਆਂ ਬਹੁਤ ਸਾਰੀਆਂ ਖੇਡਾਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਅਨੰਦਪੁਰ ਸਾਹਿਬ ਕੀਤੀਆਂ। ਜੇਕਰ ਇੱਕ ਸਿੱਖ ਸਤਿਗੁਰਾਂ ਦੇ ਕੋਲ ਚੱਲ ਕੇ ਆਉਂਦਾ ਤੇ ਸਿੱਖ ਕਵੀ ਹੈ, ਬੜਾ ਵਿਦਵਾਨ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਬਾਰ 'ਚ ਕਵਿਤਾ ਸੁਣਾਈ, ਸਤਿਗੁਰੂ ਬੜੇ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਨੂੰ ਇੱਕ ਹਾਥੀ ਦੇਣਾ ਕਰੋ ਇਨਾਮ ਦੇ ਵਿੱਚ। ਤੇ ਉਹ ਸਿੱਖ ਨੇ ਹੱਥ ਜੋੜ ਲਏ। ਸਿੱਖ ਦੇ ਚਿਹਰੇ ਉੱਤੇ ਰੌਣਕ ਨਹੀਂ, ਕਿਉਂਕਿ ਘਰ ਵਿੱਚ ਗਰੀਬੀ ਸੀ ਬਹੁਤ ਜ਼ਿਆਦਾ। ਗਰੀਬੀ ਦੇ ਵਿੱਚ ਹੀ ਇਹਦਾ ਜਿਹੜਾ ਗੁਜ਼ਰਾਨ ਹੋ ਰਿਹਾ ਸੀ। ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ, ਕਹਿਣ ਲੱਗੇ ਹਾਥੀ ਦੇਣਾ ਕਰੋ,
ਤੇ ਅੱਗੋਂ ਇਹ ਸੋਚਾਂ ਵਿੱਚ ਪੈ ਗਿਆ ਕਿ ਮਨਾ ਹੁਣ ਹਾਥੀ ਵੀ ਘਰ ਵਿੱਚ ਆ ਗਿਆ। ਪਹਿਲਾਂ ਘਰ ਦੇ 4 ਜੀ ਹੋਰ ਨੇ, 5ਵਾਂ ਮੈਂ ਹਾਂ ਤੇ 6ਵਾਂ ਹੁਣ ਹਾਥੀ ਆ ਗਿਆ। ਜੇ ਹਾਥੀ ਘਰ ਵਿੱਚ ਲਿਆਂਦਾ ਗਿਆ ਤੇ ਸਾਲਾਂ ਬੱਧੀ ਅਨਾਜ ਹਾਥੀ ਨੇ ਖਾ ਲੈਣਾ ਤੇ ਫਿਰ ਮੇਰੀ ਹਾਲਤ ਤਾਂ ਪਹਿਲਾਂ ਨਾਲੋਂ ਤਰਜੋਗ ਹੋ ਜਾਣੀ। ਇਹ ਮਨ ਚ ਵਿਚਾਰਾ ਕਰਦਾ ਹੈ। ਅੰਤਰਜਾਮੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਪੁੱਛਦੇ ਨੇ ਕਿ ਸਿੰਘਾ ਕੀ ਗੱਲ ਹੈ, ਤੈਨੂੰ ਅਸੀਂ ਖੁਸ਼ੀ ਵਿੱਚ ਹਾਥੀ ਦੇ ਰਹੇ ਹਾਂ ਪਰ ਤੂੰ ਪ੍ਰਸੰਨ ਨਹੀਂ ਹੋਇਆ, ਖੁਸ਼ ਨਹੀਂ ਹੋਇਆ, ਕਾਰਨ ਕੀ ਹੈ? ਹੱਥ ਜੋੜੇ ਨੇ ਕਲਗੀਆਂ ਵਾਲੇ ਪਾਤਸ਼ਾਹ, ਤੁਹਾਡੇ ਦਰ ਤੇ ਮੈਂ ਆਇਆ ਸੀ, ਤੁਹਾਡਾ ਨਾਮ ਸੁਣਿਆ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਜਾ ਕੇ ਕਵਿਤਾ ਸੁਣਾਵੇ ਤੇ ਕਲਗੀਧਰ ਪਾਤਸ਼ਾਹ ਦੇ ਪ੍ਰਸੰਨ ਹੁੰਦੇ ਨੇ। ਬਹੁਤ ਸਾਰਾ ਇਨਾਮ ਕਵੀ ਰਾਜ ਕਵੀਆਂ ਨੂੰ ਦਿੰਦੇ ਨੇ, ਕਵੀਆਂ ਦਾ ਬੜਾ ਮਾਣ ਸਨਮਾਨ ਕਰਦੇ ਨੇ। ਪਰ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਤੁਸੀਂ ਮੈਨੂੰ ਮਾਣ ਦੇਣਾ ਕੀਤਾ, ਸਤਿਕਾਰ ਦੇਣਾ ਕੀਤਾ, ਇਹ ਹਾਥੀ ਦਿੱਤਾ ਹੈ। ਤੇ ਸਤਿਗੁਰੂ ਜੇ ਹਾਥੀ ਘਰ ਵਿੱਚ ਚਲਿਆ ਗਿਆ, ਮੈਂ ਸੋਚਦਾ ਸੀ ਕਿ ਹਾਥੀ ਘਰ ਜਾਵੇਗਾ ਤੇ ਮੇਰਾ ਗੁਜਰਾਨ ਕਿਵੇਂ ਹੋਵੇਗਾ। ਪਹਿਲਾਂ ਹੀ ਮੇਰੇ ਘਰ 'ਚ ਹਾਥੀ ਗਰੀਬੀ ਹੈ। ਤੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਆਪਣੇ ਖਜ਼ਾਨਚੀ ਸਿੱਖ ਨੂੰ ਆਖਿਆ, ਕਹਿਣ ਲੱਗੇ ਕਿ ਭਾਈ ਦੋਸ਼ੇ ਖਾਨੇ ਦੇ ਵਿੱਚੋਂ ਮੋਹਰਾਂ ਦੀ ਥੈਲੀ ਭਰ ਕੇ ਲਿਆਓ। ਵਸਤਰ ਲਿਆਓ, ਕੀਮਤੀ ਵਸਤਰ। ਤੇ ਗੁਰੂ ਸਵਾਰੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਉਸ ਕਵੀ ਦੇ ਹੱਥ ਵਿੱਚ ਮੋਹਰਾਂ ਦੀ ਥੈਲੀ ਪਕੜਾਈ, ਕੀਮਤੀ ਵਸਤਰ ਗਹਿਣੇ ਤੇ ਤਿਆਰ ਕੀਤੇ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਲੈ ਭਾਈ ਸਿੱਖਾ, ਹੁਣ ਤੈਨੂੰ ਹਾਥੀ ਵੀ ਦਿੱਤਾ ਤੇ ਮੋਹਰਾਂ ਦੀ ਥੈਲੀ ਵੀ ਦਿੱਤੀ ਹੈ। ਜਿਹੜੀ ਤੇਰੀ ਜ਼ਿੰਦਗੀ ਬਾਕੀ ਹੈ ਤੇ ਆਨੰਦ ਨਾਲ ਬਤੀਤ ਕਰਨਾ ਕਰ। ਤੇਰੇ ਤਨ ਦੀ ਗਰੀਬੀ ਵੀ ਕੱਢ ਦਿੱਤੀ, ਤਨ ਦੀ ਗਰੀਬੀ ਦੂਰ ਕੀਤੀ ਤੇ ਮਨ ਕਰਕੇ ਇੱਕ ਬਹੁਤ ਵੱਡਾ ਅਮੀਰ ਹੋਏ। ਮਨ ਦੀ ਗਰੀਬੀ ਵੀ ਆਪਾਂ ਕੱਢ ਦਿੱਤੀ ਹੈ। ਇਹ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਨ ਬਖਸ਼ਿਸ਼ ਕੀਤੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖੇਡਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰਦੇਵ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕੀਤੀਆਂ ਨੇ। ਜੇਕਰ ਗੁਰੂ ਸਵਾਰੇ ਸਤਿਗੁਰੂ ਦਸ਼ਮੇਸ਼ ਪਿਤਾ ਮਹਾਰਾਜ ਬੈਠੇ ਹੋਏ ਨੇ, ਕਹਿੰਦੇ ਨੇ ਇੱਕ ਰਿਸ਼ ਦਾ ਨਾਚ ਕਰਾਉਣ ਵਾਲਾ ਉੱਥੇ ਰਿਸ਼ ਨੂੰ ਲੈ ਕੇ ਆ ਗਿਆ। ਜੋ ਰਿਸ਼ ਨੱਚਦਾ ਹੈ, ਗੁਰੂ ਕਲਗੀਧਰ ਪਾਤਸ਼ਾਹ ਦਾ ਸਿੱਖ ਭਾਈ ਕਮਲੀਆ ਜੀ ਕਲਗੀਧਰ ਪਾਤਸ਼ਾਹ ਨੂੰ ਚੌੜ ਕਰ ਰਿਹਾ ਹੈ, ਚੌੜ ਦੀ ਸੇਵਾ ਹੋ ਰਹੀ ਹੈ ਤੇ ਸਤਿਗੁਰੂ ਰਿਸ਼ ਨੱਚਦਾ ਨੱਪਦਾ ਹੈ ਤੇ ਭਾਈ ਕਮਲੀਆ ਜੀ ਹੱਸਦੇ ਨੇ ਤੇ ਸਿੱਖ ਹੱਸਦੇ ਨੇ। ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਾਈ ਕਮਲੀਆ ਤੂੰ ਹੱਸਣਾ। ਕਹਿਣ ਲੱਗਿਆ, ਪਾਤਸ਼ਾਹ ਮੈਂ ਕਿਉਂ ਨਾ ਹੱਸਾਂ? ਸਤਿਗੁਰੂ ਰਿਸ਼ ਦਾ ਮੈਂ ਰਿਸ਼ ਨੱਚਦਾ ਟੱਪਦਾ ਇਹਨੂੰ ਦੇਖ ਹਾਸਾ ਹੁੰਦਾ ਹੈ। ਪਾਤਸ਼ਾਹ ਕਹਿੰਦਾ, ਤੂੰ ਨਾ ਨੱਚ ਭਾਈ, ਕਿਉਂਕਿ ਇਹ ਤੇਰਾ ਪਿਤਾ ਹੈ ਜੋ ਰਿਸ਼ ਦੀ ਧੁਨ ਪ੍ਰਾਪਤ ਹੋਈ। ਭਾਈ ਕਮਲੀਆ ਨੂੰ ਸਮੇਂ ਚੌਰ ਰੱਖਿਆ, ਮੱਥਾ ਟੇਕਿਆ ਤੇ ਸਤਿਗੁਰਾਂ ਦੀ ਹਜ਼ੂਰੀ ਚੋਂ ਬਾਹਰ ਜਾਣ ਲੱਗਿਆ। ਪਾਤਸ਼ਾਹ ਕਹਿੰਦਾ, ਕੀ ਗੱਲ ਹੋ ਗਈ? ਕਹਿਣ ਲੱਗਿਆ, ਸਤਿਗੁਰੂ ਦੇਖੋ, ਮੇਰੇ ਪਿਤਾ ਜੀ ਸੋਭਾ ਰਾਮ ਜੀ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਹਜ਼ੂਰੀ ਸੇਵਾ ਕਰਦੇ ਸੀ। ਜੇ ਉਹਨਾਂ ਨੂੰ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸੇਵਾ ਕਰਨ ਦੇ ਨਾਲ ਰਿਸ਼ ਦੀ ਜੂਨ ਪ੍ਰਾਪਤ ਹੋਈ ਹੈ ਤੇ ਸਤਿਗੁਰੂ ਮੈਂ ਤੁਹਾਡੀ ਸੇਵਾ ਕਰਦਾ ਤੇ ਮੈਨੂੰ ਫਿਰ ਪੋਤੇ ਦੀ ਜੂਨ ਪ੍ਰਾਪਤ ਹੋਵੇਗੀ। ਇਸ ਕਰਕੇ ਸਤਿਗੁਰੂ ਮੈਨੂੰ ਸੇਵਾ ਕਰਨ ਦੀ ਕੀ ਲੋੜ ਹੈ, ਸੇਵਾ ਨਾ ਕਰਾਂ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਭਾਈ ਜੀ ਤੁਹਾਡੀ ਗੱਲ ਧਿਆਨ ਨਾਲ ਸੁਣ ਪਹਿਲਾਂ ਕਿ ਜੂਨ ਕਿਉਂ ਪ੍ਰਾਪਤ ਹੋਈ। ਕਹਿਣ ਲੱਗੇ, ਤੇਰੇ ਪਿਤਾ ਜੀ ਸਾਡੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਹਜ਼ੂਰੀ ਸੇਵਾ ਕਰਦੇ ਸਨ। ਇੱਕ ਦਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰਬਾਰ ਸਜੇ ਹੋਏ ਨੇ। ਸਜੇ ਹੋਏ ਦੀਵਾਨਾਂ ਵਿੱਚ ਸਤਿਗੁਰੂ ਜੀ ਦੀ ਸੰਗਤ ਹੋਈ, ਕੀਰਤਨ ਹੋਇਆ, ਕਥਾ ਕੀਰਤਨ ਹੋਈ ਹੈ, ਅਰਦਾਸ ਹੋਈ ਹੈ। ਅਰਦਾਸ ਤੋਂ ਬਾਅਦ ਫਿਰ ਕੜਾ ਪ੍ਰਸ਼ਾਦ ਦੇਗ ਵਰਤਾਈ ਜਾ ਰਹੀ। ਇੱਕ ਸਿੱਖ ਜਿਹੜਾ ਆਪਣੇ ਗੱਡੀ ਲੈ ਕੇ ਜਾ ਰਹੇ ਸੀ, ਗੁੜ ਦਾ ਵਪਾਰ ਕਰਦਾ ਸੀ, ਉਹਨੇ ਦੇਖਿਆ ਗੁਰੂ ਦੀ ਸੰਗਤ ਹੋ ਰਹੀ ਹੈ। ਉਹਨੇ ਗੁੜ ਦੀ ਇੱਕ ਭੇਡੀ ਚੁੱਕੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਚਰਨਾਂ 'ਚ ਮੱਥਾ ਟੇਕਿਆ
ਤੇ ਛੇਤੀ ਛੇਤੀ ਵਾਪਸ ਮੁੜਨ ਲੱਗਿਆ। ਕਾਲੀ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਰਿਹਾ। ਜਦੋਂ ਹੱਥ ਅੱਗੇ ਕਰੇ ਤੇ ਅੱਗੋਂ ਸਿੱਖ ਭਾਜੇ ਰੱਖੇ ਦਾ ਦੇਗ ਵਰਤਾ ਰਿਹਾ ਸੀ। ਇਹ ਦੂਜੇ ਪਾਸੇ ਹੱਥ ਕਰ ਇਹ ਕਹਿਣ ਲੱਗਿਆ, ਭਰਾਵਾ ਮੇਰੇ ਗੱਡੇ ਜਾ ਰਹੇ ਤੇ ਮੈਨੂੰ ਦੇਗ ਦੇਣਾ ਕਰ। ਅੱਗੋਂ ਤੇਰੇ ਪਿਤਾ ਨੇ ਅੱਗੋਂ ਇਹ ਮੁੱਖੋਂ ਆਪਣਾ ਕੀਤਾ ਸੀ, ਕਿਉਂ ਰਿਸ਼ਵਤ ਟੱਪੀ ਜਾ ਰਿਹਾ, ਟੇਕੇ ਨਹੀਂ ਬੈਠ ਸਕਦਾ। ਗੁੱਸੇ ਵਿੱਚ ਬੋਲਿਆ ਸੀ। ਨਾਲੇ ਇਹ ਮੁੱਖੋਂ ਆਖਿਆ, ਨਾਲੇ ਦੇ ਹੱਥ ਵਿੱਚ ਕਿਣਕਾ ਧਰਤੀ ਉੱਤੇ ਡਿੱਗਿਆ। ਉਹ ਸਿੱਖ ਨੇ ਉਹ ਕਿਣਕਾ ਚੁੱਕਿਆ ਤੇ ਮੁੱਖ ਵਿੱਚ ਪਾਇਆ ਤੇ ਗੁਰੂ ਨੂੰ ਚੇਤੇ ਕੀਤਾ, ਵਾਹਿਗੁਰੂ ਆਖਿਆ ਤੇ ਕਹਿਣ ਲੱਗਿਆ, ਰਿਸ਼ ਮੈਂ ਨਹੀਂ, ਮਰਨ ਤੋਂ ਬਾਅਦ ਇਹ ਮਨੁੱਖਾਂ ਦੀ ਹੀ ਭੋਗ ਕੇ ਤੈਨੂੰ ਰਿਸ਼ ਦੀ ਜੂਨ ਪ੍ਰਾਪਤ ਹੋਵੇਗੀ। ਤੂੰ ਗੁਰੂ ਕੇ ਦਰਬਾਰ ਵਿੱਚ ਰਹਿੰਦਾ ਤਾਂ ਜ਼ਰੂਰ ਹੈ, ਗੁਰੂ ਦੇ ਦਰ ਦੀ ਸੇਵਾ ਕਰਦਾ ਜ਼ਰੂਰ ਹੈ, ਪਰ ਤੈਨੂੰ ਬੋਲਣ ਦੀ ਬਿਲਕੁਲ ਅਕਲ ਨਹੀਂ ਹੈ, ਤੈਨੂੰ ਬੋਲਣ ਦੀ ਤਮੀਜ਼ ਨਹੀਂ ਹੈ। ਇਸ ਕਰਕੇ ਤੂੰ ਰਿਸ਼ ਬਣੇਗਾ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਆਖਣ ਲੱਗੇ ਕਿ ਭਾਈ ਉਹ ਸਾਡਾ ਸਿੱਖ ਸੀ, ਨਾਮ ਰਸੀਆ ਸੀ, ਬਾਣੀ ਪੜ੍ਹਨ ਵਾਲਾ ਸੀ, ਸਿਮਰਨ ਕਰਨ ਵਾਲਾ ਸੀ। ਜਿਹੜੇ ਸਿਮਰਨ ਕਰਦੇ ਨੇ ਉਹਨਾਂ ਦੀ ਰਚਨਾ ਦੇ ਸਤਿਗੁਰੂ ਫਿਰ ਆਪ ਵਸਦੇ ਨੇ। ਪਰ ਤੇਰੇ ਪਿਤਾ ਨੇ ਸਾਡੇ ਦਰ ਦੀ ਸੇਵਾ ਕੀਤੀ, ਪਿਤਾ ਗੁਰੂ ਦੀ ਸੇਵਾ ਕੀਤੀ ਹੈ, ਸਿੱਖ ਦੇ ਵਚਨ ਵੀ ਪੂਰੇ ਕੀਤੇ, ਰਿਸ਼ ਦੀ ਜੂਨ ਵੀ ਪ੍ਰਾਪਤ ਹੋਈ ਹੈ, ਤੇ ਹੁਣ ਅਸੀਂ ਮੁਕਤ ਵੀ ਅਸੀਂ ਕਰਾਂਗੇ। ਫਿਰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਉਸ ਰਿਸ਼ ਦੀ ਜੋ ਸ਼ੋਭਾ ਰੱਬ ਨੂੰ ਪ੍ਰਾਪਤ ਹੋਈ ਸੀ, ਉਹਨੂੰ ਕਲਗੀਆਂ ਦਾ ਕਲਗੀਧਰ ਪਾਤਸ਼ਾਹ ਨੂੰ ਮੁਕਤ ਕੀਤਾ ਸੀ। ਸੋ ਗੁਰੂ ਸਵਾਰੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖੇਡਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰਦੇਵ ਪਿਤਾ ਮਹਾਰਾਜ ਵਰਤਾਰੇ ਨੇ। ਇੱਕ ਸਮਾਂ ਐਸਾ ਵੀ ਹੈ ਜਦੋਂ ਸਤਿਗੁਰੂ ਜੀ ਨੇ ਖਾਲਸੇ ਪੰਥ ਦੀ ਸਿਰਜਣਾ ਕਰ ਦਿੱਤੀ। ਸਿਰਜਣਾ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਨੇ ਪਹਿਲਾ ਹੁਕਮ ਕਰ ਦਿੱਤਾ ਸੀ ਕਿ ਸਿੱਖ ਨੇ ਸ਼ਸਤਰਧਾਰੀ ਹੋਣਾ, ਸਿੱਖ ਨੇ ਸ਼ਸਤਰ ਸਜਾ ਕੇ ਆਉਣਾ। ਜਦੋਂ ਗੁਰੂ ਦੀਆਂ ਸੰਗਤਾਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਦਸ਼ਮੇਸ਼ ਪਿਤਾ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨੀ ਜਾਂਦੀਆਂ ਸਨ, ਰਸਤੇ ਵਿੱਚ ਗੁੱਜਰ ਤੇ ਰੰਗੜਾ ਹੁੰਦੇ ਸੀ। ਇਹ ਗੁੱਜਰਾਂ ਨੇ ਰੰਗੜਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਸੰਗਤ ਨੂੰ ਤੰਗ ਕਰਨਾ, ਇਹਨਾਂ ਪਾਸੋਂ ਜਿਹੜੀ ਗੁਰੂ ਪਾਤਸ਼ਾਹ ਦੇ ਭਟਾਵਾਂ ਖੋਹ ਲੈਣੀਆਂ, ਤੇ ਫਿਰ ਕਈ ਵਾਰੀ ਜਿਹੜੀਆਂ ਗੁਰੂ ਬੀਬੀ ਸਿੱਖ ਬੀਬੀਆਂ ਨੇ ਉਹ ਬੇਟੀ ਦਾ ਹੱਥ ਪਾਉਣ ਦੀ ਕੋਸ਼ਿਸ਼ ਕਰਨੀ, ਤੰਗ ਕਰਨਾ, ਪਰੇਸ਼ਾਨ ਕਰਨਾ। ਤੇ ਸਿੰਘਾਂ ਨੇ ਕਲਗੀਧਰ ਪਾਤਸ਼ਾਹ ਦੇ ਕੋਲ ਜਾ ਕੇ ਬੇਨਤੀ ਕੀਤੀ। ਪਾਤਸ਼ਾਹ ਕਹਿਣ ਲੱਗੇ ਕਿ ਭਾਈ ਸ਼ਸਤਰ ਸਜਾ ਕੇ ਰੱਖੋ, ਜਦੋਂ ਸ਼ਸਤਰ ਹੋਵੇਗਾ ਤੁਹਾਡੇ ਕੋਲ ਕੋਈ ਵੀ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕਰੇਗਾ। ਹੁਣ ਇਸ ਤਰ੍ਹਾਂ ਸਤਿਗੁਰੂ ਦੇ ਹੁਕਮ ਦੇ ਉਸ ਸ਼ਸਤਰ ਸਜਾ ਕੇ ਸੰਗਤਾਂ ਆ ਰਹੀਆਂ। ਕਹਿੰਦੇ ਇੱਕ ਜਥਾ ਆ ਰਿਹਾ ਸੰਗਤ ਦਾ। ਸੰਗਤ ਦੇ ਵਿੱਚੋਂ ਇੱਕ ਨੌਜਵਾਨ ਬੀਬੀ ਸੀ। ਨੌਜਵਾਨ ਬੀਬੀ ਸੰਗਤ ਦੇ ਜਦੋਂ ਪਿੱਛੇ ਰਹੀ, ਵਿਛੜ ਗਈ, ਤੇ ਪਿੱਛੋਂ 5-7 ਇਹ ਗੁੱਜਰ ਰੰਗੜ ਇਕੱਠੇ ਹੋਏ, ਉਸ ਨੌਜਵਾਨ ਬੀਬੀ ਨਾਲ ਬਦਤਮੀਜ਼ੀ ਕਰਨ ਲੱਗੇ। ਜਦੋਂ ਦੀ ਪਾਤੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਕੋਲ ਆਏ ਨੇ ਤੇ ਗੁਰੂ ਕੀ ਸਿੰਘਣੀ ਨੇ ਆਪਣੇ ਮਿਆਨ ਤੇ ਤਲਵਾਰ ਹੋਈ ਸ਼੍ਰੀ ਸਾਹਿਬ ਬਾਹਰ ਕੱਢੀ, ਇੱਕ ਦੋ ਦੇ ਸਿਰ ਵੱਢ ਕੇ ਧਰਤੀ ਉੱਤੇ ਸੁੱਟ ਦਿੱਤੇ, ਤੇ ਬਾਕੀ ਜਿਹੜੇ ਗੁੱਜਰ ਰੰਗੜ ਸਨ ਡਰਦੇ ਉੱਤੇ ਸਾਰੇ ਭੱਜ ਗਏ। ਡਰਦੇ ਹੋਏ ਭੱਜੇ ਨੇ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦਰਬਾਰ ਸਜਿਆ। ਸਿੰਘਣੀ ਦੇ ਹੱਥ ਵਿੱਚ ਤਲਵਾਰ ਲਹੂ ਭਿੱਜੀ ਹੋਈ, ਤੇ ਕਲਗੀਧਰ ਪਾਤਸ਼ਾਹ ਦੀ ਹਜ਼ੂਰੀ ਵਿੱਚ ਪਹੁੰਚੀ। ਜਾ ਕੇ ਮੱਥਾ ਟੇਕਿਆ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਪੁੱਛਦੇ ਨੇ ਕਿ ਬੇਟਾ ਕੀ ਹੋਇਆ, ਤੇਰੀ ਇਹ ਸ਼ਰੀਰ ਸਾਹਿਬ ਲਹੂ ਨਾਲ ਜੋ ਭਿੱਜੀ ਹੋਈ ਹੈ, ਲਹੂ ਚ ਲੱਗਿਆ ਹੋਇਆ ਹੈ। ਤੇ ਸਾਰੀ ਘਟਨਾ ਦੱਸੀ ਕਿ ਕਲਗੀਧਰ ਪਾਤਸ਼ਾਹ ਜਦੋਂ ਮੈਂ ਰਸਤੇ 'ਚ ਆ ਰਹੀ ਸੀ, ਕੁਝ ਕੁ ਲੋਕਾਂ ਨੇ ਮੇਰੇ ਉੱਤੇ ਹਮਲਾ ਕੀਤਾ, ਮੇਰੀ ਪਾਤੀ ਇੱਜ਼ਤ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ। ਆਪ ਜੀ ਦੀ ਕਿਰਪਾ ਸਦਕਾ ਪਾਤਸ਼ਾਹ ਮੈਂ ਇੱਕ ਦੋ ਦੇ ਸਿਰ ਵੱਢ ਦਿੱਤੇ,
ਉਹਨਾਂ ਨੂੰ ਬਹੁਤ ਹੀ ਘਾਟ ਉਤਾਰ ਦਿੱਤਾ ਤੇ ਸਤਿਗੁਰੂ ਹੁਣ ਤੁਹਾਡੇ ਅੱਗੇ ਪੇਸ਼ ਹੋਏ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਭਾਈ ਸ਼ੇਰਨੀ ਹੈ, ਇਹ ਸ਼ੇਰਨੀ ਹੈ। ਇਸੇ ਕਰਕੇ ਸਿੰਘੋ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਭਾਈ ਸ਼ਸਤਰ ਧਾਰੀ ਹੋ ਕੇ ਰਹਿਣਾ ਕਰੋ। ਕਦੇ ਵੀ ਸ਼ਸਤਰਾਂ ਦੀ ਲੋੜ ਪੈ ਸਕਦੀ ਹੈ ਤੇ ਇਹੋ ਜਿਹੀਆਂ ਬਹੁਤ ਸਾਰੀਆਂ ਖੇਡਾਂ ਗੁਰਦੇਵ ਪਿਤਾ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤੀਆਂ। ਸੋ ਸਮੇਂ ਸਮੇਂ ਅਨੁਸਾਰ ਆਪਾਂ ਜੋ ਅਨੰਦਪੁਰ ਸਾਹਿਬ ਹਾਲਾਤ ਬਣੇ, 7-8 ਮਹੀਨੇ ਦਾ ਘੇਰਾ ਪਿਆ, ਫਿਰ ਕਿਵੇਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਲ੍ਹਾ ਆਨੰਦਗੜ੍ਹ ਨੂੰ ਅਨੰਦਪੁਰ ਸਿੰਘ ਛੱਡਿਆ, ਸਾਸਾ ਦੇ ਕਿਵੇਂ ਝੁਲਸਾਣ ਦਾ ਯੁੱਧ ਹੋਇਆ, ਕਿਵੇਂ ਪਰਿਵਾਰ ਦਾ ਵਿਛੋੜਾ ਹੋਇਆ। ਇਹ ਸਮੇਂ ਅਨੁਸਾਰ ਸਾਰੇ ਇਤਿਹਾਸ ਆਪਾਂ ਸਾਂਝ ਪਾਵਾਂਗੇ। ਸੋ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਤੁਖਾਰੀ ਰਾਗ ਵਿੱਚ ਪੋਹ ਦੇ ਮਹੀਨੇ ਦੁਆਰਾ ਸਾਨੂੰ ਉਪਦੇਸ਼ ਦੇ ਰਹੇ ਨੇ ਕਿ ਪੋਖ ਤੁਖਾਰ ਪੜੈ ਬਾਣ ਜਣ ਰਸ ਸੁਖ ਹੈ। ਪੋਹ ਦੇ ਮਹੀਨੇ ਵਿੱਚ ਕਿ ਤੁਖਾਰ ਕਹਿੰਦੇ ਨੇ ਕੱਕਰ ਪੈਂਦੀ ਹੈ ਤੇ ਕੱਕਰ ਪੈਣ ਦਾ ਕੀ ਹੁੰਦਾ ਹੈ, ਬਾਣ ਜਣ ਰਸ ਸੁਖ ਹੈ। ਜਿਹੜੇ ਬਾਣ ਜੰਗਲ ਹੈ, ਦ੍ਰਿੜ ਘਾਹ ਕੱਕ ਇਤਿਆਦਿਕ ਹੈ, ਇਹਨਾਂ ਦਾ ਜਿਹੜਾ ਰਸ ਹੈ ਉਹ ਸੁੱਖ ਹੈ। ਉਸ ਇਹ ਕੱਕਰ ਜਿਹੜਾ ਹੈ ਇਹ ਸੁੱਖ ਲੈਂਦਾ ਹੈ। ਤੇ ਜਿਵੇਂ ਕੱਕਰ ਗੁਰੂ ਸਾਹਿਓ ਸਾਰੇ ਰਸ ਨੂੰ ਸੁੱਖ ਲੈਂਦਾ ਹੈ, ਉਹਦੀ ਹਰਿਆਵਲੀ ਖਤਮ ਹੁੰਦੀ ਹੈ, ਇਸੇ ਪ੍ਰਕਾਰ ਹੀ ਜਿਹੜੇ ਪੋਹ ਦੇ ਮਹੀਨੇ ਵਿੱਚ ਨਾਮ ਤੋਂ ਮਹੀਨੇ ਹੋ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ, ਉਸ ਵਾਹਿਗੁਰੂ ਦਾ ਸ਼ੁਕਰ ਨਹੀਂ ਕਰਦੇ, ਪਰਮਾਤਮਾ ਦੀ ਬੰਦਗੀ ਨਹੀਂ ਕਰਦੇ, ਉਹਨਾਂ ਦਾ ਹਿਰਦਾ ਵੀ ਅਨੁਸਾਰ ਇਸੇ ਤਰ੍ਹਾਂ ਸੁੱਖਿਆ ਜਾਂਦਾ ਹੈ। ਉਹਨਾਂ ਦੇ ਅੰਦਰ ਨਾਮ ਦਾ ਟਿਕਾ ਨਹੀਂ ਪ੍ਰਾਪਤ ਹੁੰਦਾ, ਉਹ ਹਰ ਸਮੇਂ ਭਟਕਣਾ ਦੇ ਵਿੱਚ ਰਹਿੰਦੇ। ਤੇ ਸਤਿਗੁਰੂ ਕਹਿੰਦੇ ਨੇ ਜੇ ਭਾਈ ਰਸ ਲੈਣਾ ਹੈ, ਤੂੰ ਚਾਹੁੰਦਾ ਕਿ ਜੇ ਰਸ ਮੇਰਾ ਬਣਿਆ ਰਵੇ, ਰਸ ਬਣਾਉਣ ਦੇ ਲਈ ਤੂੰ ਵਾਰ-ਵਾਰ ਉਸ ਮਾਲਕ ਦਾ ਸਿਮਰਨ ਕਰਨਾ ਕਰ, ਮਾਲਕ ਦੀ ਬੰਦਗੀ ਕਰਨਾ ਕਰ। ਦੇਖੋ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਨਾ, ਗੁਰਬਾਣੀ ਪੜ੍ਹਦੇ ਸਿਮਰਨ ਕਰਦੇ ਤੇ ਕੋਸ਼ਿਸ਼ ਕਰਿਆ ਕਰੋ ਆਪਾਂ ਪਤਾ ਗੱਡੀ ਵਾਲਾ ਕੰਮ ਨਾ ਕਰੀਏ, ਨਾਮ ਰਸ ਲੈ ਲੈ ਕੇ ਬਾਣੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ, ਸਹਿਜ ਪਾਠ ਕਰਦੇ ਆ, ਨਿਤਨੇਮ ਕਰਦੇ ਆ। ਉਦੋਂ ਇਹ ਕੋਸ਼ਿਸ਼ ਕਰੋ ਕਿ ਮੇਰਾ ਗੁਰੂ ਮੇਰੇ ਕੋਲ ਬੈਠਾ ਹੋਇਆ ਤੇ ਮੈਂ ਗੁਰੂ ਨੂੰ ਬਾਣੀ ਸੁਣਾ ਰਿਹਾ, ਜਪਜੀ ਸਾਹਿਬ ਦੀ ਪਾਵਨ ਬਾਣੀ ਪੜ੍ਹ ਰਿਹਾ। ਜਪਜੀ ਸਾਹਿਬ ਦੀ ਬਾਣੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ, ਮੈਂ ਗੁਰੂ ਨਾਨਕ ਨਾਲ ਗੱਲਾਂ ਬਾਤਾਂ ਕਰ ਰਿਹਾ। ਇਸ ਤਰੀਕੇ ਨਾਲ ਬਾਣੀ ਜਾਪ ਸਾਹਿਬ ਦੀ ਪਾਵਨ ਬਾਣੀ ਔਖੀ ਹੈ, ਜਿਹਦੇ ਆਸਾਂ ਜਿਹੜੇ ਬੜੇ ਔਖੇ ਨੇ, ਪੜ੍ਹਨੇ ਬੜੇ ਔਖੇ ਨੇ, ਪਰ ਜਿਹੜੇ ਜਦੋਂ ਪੜ੍ਹੀਏ ਨਾ, ਇਹ ਆਪਾਂ ਸੋਚੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਸ ਜਾਪ ਸਾਹਿਬ ਦੀ ਪਾਵਨ ਬਾਣੀ ਚ ਬਾਰ-ਬਾਰ ਅਕਾਲ ਪੁਰਖ ਸਜਦਾ ਕੀਤਾ, ਨਮਸਕਾਰ ਕੀਤੀ, ਨੇਕਾਂ ਨਾਮ ਲੈ ਕੇ, ਤੇ ਮੈਂ ਵੀ ਨਮਸਕਾਰ ਕਰ ਰਿਹਾ, ਕਰ ਸਜਦਾ ਕਰ। ਇਸ ਤਰੀਕੇ ਨਾਲ ਆਪਾਂ ਬਾਣੀ ਪੜਾਂਗੇ ਤੇ ਰਸ ਆਪਣੇ ਆਪ ਹੀ ਆਵੇਗਾ। ਰਸ ਸਹਿਜਤਾ ਨਾਲ ਆਵੇਗਾ, ਪ੍ਰੇਮ ਨਾਲ ਆਪਾਂ ਕੋਈ ਵੀ ਕਾਰਜ ਕਰੀਏ ਤਾਂ ਜਦੋਂ ਸਾਡੇ ਹਿਰਦੇ ਪ੍ਰੇਮ ਹੋਵੇਗਾ, ਸਹਿਜਤਾ ਹੋਵੇਗੀ, ਟਿਕਾ ਹੋਵੇਗਾ, ਟਿਕਾ ਦੇ ਨਾਲ ਹੀ ਰਸ ਪ੍ਰਾਪਤ ਹੋਣਾ ਹੈ। ਪਰ ਜਿਹੜੇ ਨਾਮ ਤੋਂ ਹੁੰਦੇ ਨੇ, ਜਿਹੜੇ ਇਸ ਤਰ੍ਹਾਂ ਘਟਨਾ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਦੇ ਹਨ, ਕਹਿੰਦੇ ਨੇ ਪੋਹ ਦੇ ਵਿੱਚ ਕੱਕਰ ਪੈਂਦੀ ਹੈ, ਘਾਹ ਕੱਖਾਂ ਦਾ ਰਸ ਜਿਹੜਾ ਸੁੱਕ ਜਾਂਦਾ ਹੈ, ਤੇ ਇਸੇ ਤਰ੍ਹਾਂ ਉਹਨਾਂ ਦਾ ਅੰਦਰਲਾ ਰਸ ਵੀ ਖਤਮ ਹੋ ਜਾਂਦਾ ਹੈ। ਉਹ ਨਾਮ ਮਹੀਨੇ ਹੋ ਕੇ ਭਟਕਣਾ ਦੇ ਵਿੱਚ ਹੀ ਆਪਣੇ ਜੀਵਨ ਨੂੰ ਬਤੀਤ ਕਰਦੇ ਹਨ। ਤੇ ਅਗਲੀ ਪੰਕਤੀ ਦੇ ਗੁਰਦੇਵ ਪਿਤਾ ਜੀ ਵਚਨ ਕਰਦੇ ਹਨ, ਕਹਿੰਦੇ ਨੇ ਆਪ ਸਕੀ ਨਾਹੀ ਮਨ ਤਨ ਵਸੈ ਮੁਖੇ। ਕਹਿੰਦੇ ਹੇ ਪਰਮੇਸ਼ਰ, ਤੁਸੀਂ ਮੇਰੇ ਹਿਰਦੇ ਰੂਪੀ ਘਰ ਵਿੱਚ ਕਿਉਂ ਨਹੀਂ ਆਉਂਦੇ? ਮੇਰੇ ਉੱਤੇ ਇਹ ਬਖਸ਼ਿਸ਼ ਕਰੋ, ਮੇਰਾ ਮਨ ਤਨ ਮੇਰੇ ਮੁਖ ਵਿੱਚ ਆਪ ਹੀ ਆ ਕੇ ਵਸਣਾ ਕਰੋ, ਤਾਂ ਕਿ ਮੈਂ ਮੁਖ ਰਾਹੀਂ ਵਾਹਿਗੁਰੂ ਆਖਾਂ
ਤਨ ਰਾਹੀਂ ਮੈਂ ਸੇਵਾ ਕਰਾਂ ਤੇ ਇਸੇ ਤਰ੍ਹਾਂ ਮਨ ਰਾਹੀਂ ਮੈਂ ਮਾਲਕ ਜੀ ਤੁਹਾਨੂੰ ਯਾਦ ਕਰਾਂ, ਮੇਰੇ ਉੱਤੇ ਇਹ ਬਖਸ਼ਿਸ਼ ਕਰੋ। ਤੇ ਜਦੋਂ ਇਸ ਤਰੀਕੇ ਨਾਲ ਉਸ ਮਾਲਕ ਨੂੰ ਚੇਤੇ ਕਰਾਂਗੇ, ਫਿਰ ਪਰਮੇਸ਼ਰ ਵਾਹਿਗੁਰੂ ਆਪਣੇ ਆਪ ਹੀ ਹਿਰਦੇ ਰੂਪੀ ਘਰ ਜਾ ਕੇ ਵਾਸਾ ਕਰਦਾ ਰਹੇਗਾ। ਪਰ ਸਤਿਗੁਰ ਆਵਦ ਕੀ ਨਾ ਨਹੀਂ ਕਹਿੰਦੇ, ਜੇ ਪਰਮੇਸ਼ਰ ਤੂੰ ਕਿਉਂ ਨਹੀਂ ਆਉਂਦਾ, ਮੈਂ ਤੈਨੂੰ ਮਨ ਕਰਕੇ ਵੀ ਯਾਦ ਕਰਦਾ, ਤਨ ਕਰਕੇ ਵੀ ਯਾਦ ਕਰਦਾ ਹਾਂ, ਤੇ ਮੁੱਖੋਂ ਮੈਂ ਹਰ ਸਮੇਂ ਤੇਰੀ ਉਸਤਤ ਕਰ ਰਹਾ ਹਾਂ। ਤੂੰ ਮੇਰੇ ਮਨ ਵਿੱਚ ਕਿਉਂ ਨਹੀਂ ਆ ਕੇ ਵਸਦਾ, ਕਿਉਂ ਹਿਰਦੇ ਰੂਪੀ ਘਰ 'ਚ ਆਪਣਾ ਡੇਰਾ ਕਿਉਂ ਨਹੀਂ ਲਾ ਰਿਹਾ। ਜਿਵੇਂ ਆਪਾਂ ਗੁਰਬਾਣੀ ਵਿੱਚ ਸਤਿਗੁਰੂ ਮਹਾਰਾਜ ਦੇ ਵਚਨ ਪੜ੍ਹਦੇ ਹਾਂ, ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਸਤਿਗੁਰੂ ਕਹਿੰਦੇ ਨੇ, ਉਸ ਮਾਲਕ ਦੀ ਉਸਤਤ ਕਰ, ਵਡਿਆਈ ਕਰ। ਕਿਵੇਂ ਵਡਿਆਈ ਕਰਨੀ ਹੈ? ਤੇ ਪਾਤਸ਼ਾਹ ਕਹਿੰਦੇ ਨੇ, ਉਸਤਤ ਮਨ ਮੈਂ ਕਰ ਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸਹੇਲਾ ਕਰ ਲਹਿ ਜੀਓ, ਨੈਨੋ ਪੇਟ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ। ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਦ ਹੈ ਨਾਨਕ ਪੂਜਨ ਮਥਾ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਕਿ ਭਾਈ ਸਿੱਖਾ, ਇਸ ਤਰੀਕੇ ਨਾਲ ਬਾਰ-ਬਾਰ ਉਸ ਮਾਲਕ ਦੀ ਉਸਤਤ ਵਡਿਆਈ ਕਰ, ਉਸ ਵਡਿਆਈ ਕਰਦਾ ਜਾਵੇਗਾ ਤੇ ਤੇਰੇ ਮਨ ਵਿੱਚ, ਤਨ ਵਿੱਚ ਉਹ ਪਰਮਾਤਮਾ ਵਾਹਿਗੁਰੂ ਆਪ ਆ ਕੇ ਵਸ ਜਾਵੇਗਾ। ਇਹੀ ਕਾਰਨ ਹੈ ਕਿ ਤੂੰ ਉਸ ਮਾਲਕ ਦੀ ਉਸਤਤ ਨਹੀਂ ਕਰਦੇ। ਸਮਾਂ ਜਿਹੜਾ ਸਾਨੂੰ ਪ੍ਰਾਪਤ ਹੋਇਆ, ਇਹ ਬਾਰ-ਬਾਰ ਕਰਨ ਵਾਲਾ ਨਹੀਂ ਹੈ। ਆਮ ਤੌਰ ਤੇ ਕਿਸੇ ਨੂੰ ਕਹਿ ਦੇ ਕਿ ਭਾਈ ਬਾਣੀ ਪੜ੍ਹ ਲਵੋ, ਸਿਮਰਨ ਕਰ ਲਵੋ, ਖੰਡੇ ਬਾਟ ਦਾ ਅੰਮ੍ਰਿਤ ਛਕ ਲਓ, ਗੁਰੂ ਜਹਾਜ਼ੇ ਚੜ੍ਹ ਜਾਓ। ਕਿਉਂਕਿ ਆਪਾਂ ਗੁਰੂ ਘਰ ਦੇ ਚੌਂਕੀ ਦਾ ਸਾਡਾ ਇਹ ਫਰਜ਼ ਬਣਦਾ, ਬਾਰ-ਬਾਰ ਕਹਿਣਾ ਹੀ। ਤੇ ਕਈ ਕਹਿੰਦੇ ਕਿ ਬਾਬੇ ਦਾ ਵੀ ਬੋਲੀ ਜਾ ਰਹੀ। ਅੰਮ੍ਰਿਤ ਛਕਣਾ, ਕੇਸਾ ਧਾਰੀ ਹੋਣਾ, ਇਸ ਅਸੀਂ ਨਹੀਂ ਕਹਿ ਰਹੇ। ਇਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਹੁਕਮ ਹੈ, ਤੇ ਗੁਰੂ ਕਲਗੀਧਰ ਪਾਤਸ਼ਾਹ ਦਾ ਜਿਹੜਾ ਸੁਨੇਹਾ ਹੈ, ਮੈਸੇਜ ਹੈ, ਉਹ ਸਾਡਾ ਫਰਜ਼ ਬਣਦਾ ਸੰਗਤਾਂ ਤੱਕ ਪਹੁੰਚਾਉਣਾ। ਸਾਡਾ ਕੰਮ ਹੈ, ਚੌਂਕੀ ਦਾ ਕਹਿੰਦਾ ਜਾਗਦੇ ਰਹੋ, ਰਾਤ ਵੇਲੇ ਪਹਿਰਾ ਦਿੱਤਾ ਚੌਂਕੀਦਾਰ, ਜਾਗਦੇ ਰਹੋ ਆਖਦਾ ਹੈ, ਤੇ ਆਪਾਂ ਗੁਰੂ ਸਵਾਰੇ ਉਹਦੇ ਉੱਤੇ ਪਹਿਰਾ ਦੇਣਾ ਹੈ। ਤੇ ਚੌਂਕੀਦਾਰ ਦਾ ਕੰਮ ਹੈ ਜਾਗਦੇ ਰਹੋ, ਤੇ ਆਪਾਂ ਵੀ ਇਹੀ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨਾਂ ਉੱਤੇ ਪਹਿਰਾ ਦੇਣਾ। ਤੇ ਗੁਰੂ ਕਲਗੀਧਰ ਪਾਤਸ਼ਾਹ ਕਹਿੰਦਾ, ਭਾਈ ਪੀਓ ਬਾਹੋ ਖੰਡ ਧਾਰ ਹੋਏ ਜਨਮ ਸਹੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ। ਇਹ ਗੁਰੂ ਦੇ ਜੇ ਬਚਨ ਨੇ, ਜੇ ਸਿੱਖ ਤੋਂ ਸਿੰਘ ਸੱਜਣਾ ਗੁਰੂ ਕਲਗੀਧਰ ਪਾਤਸ਼ਾਹ ਦੀ ਖੁਸ਼ੀਆਂ ਦੇਣੀਆਂ ਹਨ, ਫਿਰ ਸਾਨੂੰ ਕੇਸਾ ਧਾਰੀ ਹੋਣਾ ਪਵੇਗਾ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਵੇਗਾ। ਫਿਰ ਗੁਰੂ ਸਵਾਰੇ ਉੱਪਰ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਉਹ ਪਰਮਾਤਮਾ ਗੁਰੂ ਦਾ ਪ੍ਰਵਾਸਾ ਹੋਵੇਗਾ। ਹੈ ਤਾਂ ਪਰਮਾਤਮਾ ਹਿਰਦੇ ਰੂਪੀ ਘਰ ਦੇ ਵਿੱਚ ਹੀ, ਪਰ ਸਾਡੇ ਕੋਲ ਉਹ ਦੇਖਣ ਵਾਲੀ ਅੱਖ ਨਹੀਂ ਹੈ, ਉਹ ਅੱਖ ਸਾਡੀ ਬੰਦ ਹੈ। ਜਦੋਂ ਆਪਾਂ ਗੁਰੂ ਵਾਲੇ ਬਣ ਕੇ ਸ਼ਬਦ ਦਾ ਅਭਿਆਸ ਕਰਨ ਲੱਗ ਪਏ, ਅੰਮ੍ਰਿਤ ਦੀ ਸੰਭਾਲ ਕਰਨ ਲੱਗ ਪਏ, ਫਿਰ ਸਾਡਾ ਉਹ ਜਿਹੜੀ ਨੇਤਰ ਹੈ, ਜਿਹਨੂੰ ਗਿਆਨ ਦਾ ਨੇਤਰ ਆਖਿਆ ਜਾਂਦਾ ਹੈ, ਦਈਵ ਨੇਤਰ ਆਖਿਆ ਜਾਂਦਾ ਹੈ, ਉਸ ਨੇਤਰ ਦੇ ਰਾਹੀਂ ਫਿਰ ਆਪਾਂ ਅੰਦਰ ਬੈਠੇ ਹੋਏ ਉਸ ਪਰਿਪੂਰਨ ਪਰਮਾਤਮਾ ਨੂੰ ਦੇਖ ਸਕਦੇ ਹਾਂ। ਪਰ ਜਿਵੇਂ ਨੇਤਰਾਂ ਤੇ ਪਰਦਾ ਪੈ ਜਾਵੇ, ਪਰਦਾ ਪੈ ਗਿਆ ਤੇ ਫਿਰ ਗੁਰੂ ਸਰ ਉਸ ਨੇਤਰਾਂ ਦੀ ਸਫਾਈ ਕੀਤੀ ਜਾਂਦੀ ਹੈ। ਜੇ ਨੇਤਰ ਸਾਫ਼ ਨਾ ਹੋਵੇ, ਜਿਹੜਾ ਪਰਦਾ ਉਹ ਜੰਮ ਜਾਵੇ, ਉਹਦਾ ਆਪਰੇਸ਼ਨ ਹੁੰਦਾ ਹੈ। ਜਦੋਂ ਫਿਰ ਉਹ ਆਪਰੇਸ਼ਨ ਸਫਲ ਹੋ ਜਾਵੇ, ਜਿਹੜਾ ਧੁੰਦਲਾਪਨ ਉਹ ਸਭ ਤੋਂ ਦੂਰ ਹੋ ਜਾਂਦਾ, ਫਿਰ ਮਨੁੱਖ ਨੂੰ ਸਾਫ਼ ਦਿਖਾਈ ਦੇਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਜੀਵ ਤੇ ਈਸ਼ ਦੇ ਵਿੱਚ ਇੱਕ ਪਰਦਾ ਪਿਆ ਹੋਇਆ ਹੈ, ਜਿਹਨੂੰ ਭਰਮ ਦਾ ਪਰਦਾ ਆਖਿਆ ਜਾਂਦਾ, ਜਿਹਨੂੰ ਮੈਂ ਮੇਰੀ ਦਾ ਪਰਦਾ ਆਖਿਆ ਜਾਂਦਾ। ਜਦੋਂ ਜੀਵ ਦੇ ਅੰਦਰੋਂ
ਇਹ ਭਰਮ ਦਾ ਪੜਦਾ ਚੁੱਕਿਆ ਗਿਆ, ਮੈਂ ਮੇਰੀ ਦਾ ਪੜਦਾ ਚੁੱਕਿਆ ਗਿਆ, ਫਿਰ ਉਸ ਜੀਵ ਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ। ਉਹ ਆਪਣੇ ਅੰਦਰੋਂ ਉਸ ਮਾਲਕ ਦੇ ਦੀਦਾਰ ਨਾਲ ਫਿਰ ਬਸ ਅੰਦਰ ਧਿਆਨ ਹੋਣ ਦੀ ਦੇਰੀ, ਅੰਦਰ ਹੀ ਆਪਣੀ ਸੁਰਤੀ ਸ਼ਬਦ ਦਾ ਸੁਮੇਲ ਹੋਵੇਗਾ ਤੇ ਅੰਦਰੋਂ ਹੀ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੂੰ ਉਹ ਜੀਵ ਜਿਹੜਾ ਹੈ ਪ੍ਰਾਪਤ ਕਰ ਲਵੇਗਾ। ਪਰ ਗੱਲ ਕਮਾਈ ਕਰਨਾ ਹੈ, ਗੱਲਾਂ ਨਾਲ ਗੱਲ ਨਹੀਂ ਕਰਨੀ। ਇਹ ਨਹੀਂ ਕਿ ਆਪਾਂ ਸੇਵ ਤੇ ਬੈਠ ਕੇ ਸੁਣਨਾ, ਤੁਸੀਂ ਸੁਣਨਾ ਕੀਤਾ ਜੋ ਗੱਲ ਸਾਡੀ ਨਹੀਂ, ਕਮਾਈ ਕਰਦੇ ਕੋਸ਼ਿਸ਼ ਕਰਿਆ ਕਰੋ ਕਿ ਸੁਬਾਹ ਤੇ ਸ਼ਾਮ, ਵੱਧ ਨਹੀਂ ਸੁਬਾਹ ਤੇ ਸ਼ਾਮ ਦੋ ਸਮੇਂ ਜਿੱਥੇ ਆਪਾਂ ਨਿਤ ਦਾ ਨਿਯਮ ਨਿਭਾ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ, ਉੱਥੇ ਜਿਵੇਂ ਹੁਣ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਸ਼ੁਰੂਆਤ ਹੋਈ ਹੈ, ਘੱਟੋ ਘੱਟ 10-15 ਮਿੰਟ ਸੁਬਾਹ ਤੇ 10 ਮਿੰਟ ਸ਼ਾਮ ਘੱਟੋ ਘੱਟ ਹੈ। ਇੰਨਾ ਸਮਾਂ ਸਾਹਿਬਜ਼ਾਦਿਆਂ ਦੀ ਯਾਦ ਨਾਲ ਜੁੜ ਕੇ ਬੈਠੇ ਮਹਿਸੂਸ ਕਰੀਏ ਕਿ ਆਨੰਦਾਂ ਦੀ ਪੂਰੀ ਹੁਣ 2 ਪੋਹ ਦਾ ਦਿਨ ਹੈ ਕਿ ਆਨੰਦਾਂ ਦੀ ਪੂਰੀ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਕੋਲ ਬਾਰ-ਬਾਰ ਇਹ ਫਰਿਆਦਾਂ ਕੀਤੀਆਂ ਜਾ ਰਹੀਆਂ ਕਿ ਆਪ ਜੀ ਕਿਲ੍ਹਾ ਛੱਡ ਦਿਓ, ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ। ਜ਼ਾਲਮਾਂ ਨੇ ਤੇ ਗੁਰੂ ਕਿਸੇ ਨੇ ਆਟੇ ਦੀਆਂ ਗੂੰਆਂ ਬਣਾ ਕੇ ਸਹੁੰ ਖਾਣਾ ਕੀਤੀ, ਕਿਸੇ ਨੇ ਕੁਰਾਨ ਸ਼ਰੀਫ ਉੱਤੇ ਆਪਣੇ ਸਾਈਨ ਕਰਕੇ ਕਸਮਾਂ ਖਾਣਾ ਕੀਤੀਆਂ। ਇਹ ਸਾਰੀ ਨੂੰ ਤਿਆਰੀ ਹੈ, ਪੰਮਾ ਜਿਹੜਾ ਹੈ ਵਿਰੋਧ ਹੈ, ਉਹ ਭੀਮ ਚੰਦ ਦਾ ਭੇਜਿਆ ਹੋਇਆ, ਉਹ ਅੰਦਰ ਜਾ ਕੇ ਸਾਰੀ ਦੀ ਗੱਲਬਾਤ ਕਰਦਾ ਹੈ ਦੂਤ। ਤੇ ਇਸ ਤਰ੍ਹਾਂ ਇਸ ਆਪਾਂ ਸੁਰਤੀ ਨੂੰ ਕੇਂਦਰ ਤੇ ਕਿ ਕਿਹੋ ਜਿਹਾ ਸਮਾਂ ਹੋਵੇਗਾ। ਠੰਡ ਦੀ ਰੁੱਤ ਹੈ, ਠੰਡ ਦੀ ਰੁੱਤ ਦੇ ਵਿੱਚ ਆਪਾਂ ਗਰਮ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ, ਸਾਡੀ ਖੁਰਾਕ ਵੀ ਗਰਮ ਚੀਜ਼ਾਂ ਹੁੰਦੀਆਂ ਨੇ, ਸਰੀਰ ਉੱਤੇ ਵਸਤਰ ਪਹਿਨਦੇ ਉਹ ਵੀ ਗਰਮ। ਪਰ ਸਮਾਂ ਯਾਦ ਕਰੀਏ ਜਦੋਂ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਛੱਡਿਆ ਸੀ ਨਾ, ਸਾਸਾ ਦਾ ਕਿਨਾਰੇ ਤੇ ਪਹੁੰਚੇ ਸਨ ਜਿੱਥੇ ਯੁੱਧ ਹੋ ਰਿਹਾ ਸੀ, ਤੇ ਇੱਕ ਤਾਂ ਬੂੰਦਾਬਾਂਦੀ ਹੋ ਰਹੀ ਸੀ, ਬਿਜਲੀ ਲਿਸ਼ਕ ਰਹੀ ਸੀ, ਤੇ ਦੂਜਾ ਗੁਰੂ ਸਵਾਰੇ ਪਾਣੀ ਦਾ ਵਹਾਅ ਇੰਨਾ ਸੀ ਕਿ ਸਿੰਘ ਉਸ ਨਦੀ ਨੂੰ ਪਾਰ ਕਰਕੇ ਕੁਝ ਲੰਘੇ ਨੇ, ਬਾਕੀ ਉਸ ਦਰਿਆ ਦੇ ਵਿੱਚ ਹੀ ਜਾ ਕੇ ਜਿਹੜਾ ਸਾਸਾ ਜਿਹੜਾ ਨਦੀ ਸੀ ਡੁੱਬ ਗਏ ਸਨ ਤੇ ਵਸਤਰ ਗਿੱਲੇ, ਇੰਨੀ ਠੰਡ ਦੇ ਵਿੱਚ ਗਿੱਲੇ ਵਸਤਰ ਪਹਿਨ ਕੇ ਫਿਰ ਵੀ ਗੁਰੂ ਕੇ ਸਿੰਘ ਸੂਰਮੇ ਉਸ ਮਾਲਕ ਦਾ ਸ਼ੁਕਰਾਨਾ ਕਰਦੇ, ਧੰਨਵਾਦ ਕਰਦੇ ਨੇ। ਇਹ ਸਤਿਗੁਰੂ ਨੇ ਸਾਨੂੰ ਸਮਝਾਇਆ ਕਿ ਭਾਈ ਵੱਡੀ ਤੋਂ ਵੱਡੀ ਔਕੜ ਦਾ ਸਮਾਂ ਸਿੱਖਾਂ ਦੇ ਉੱਤੇ ਕਿਉਂ ਨਾ ਆ ਜਾਵੇ, ਤੇ ਔਖੇ ਸਮੇਂ ਵੀ ਆਪਣੇ ਗੁਰੂ ਨੂੰ ਚੇਤੇ ਰੱਖਣਾ, ਪਰਮੇਸ਼ਰ ਦਾ ਸ਼ੁਕਰ ਕਰਨਾ ਹੈ ਤੇ ਨਾ ਸ਼ੁਕਰਾਨੀ ਬਣਨਾ। ਜੇ ਗੁਰੂ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ ਤੇ ਪਹੁੰਚਦੇ ਨੇ, ਚਮਕੌਰ ਦੀ ਗੜੀ ਦੇ ਵਿੱਚ ਸਤਿਗੁਰੂ ਦਾ ਇਤਿਹਾਸ ਇਹ ਦੱਸਦਾ ਹੈ ਕਿ ਜਦੋਂ ਸਤਿਗੁਰ ਦੇ ਵਸਤਰ ਗਿੱਲੇ, ਸਿੰਘਾਂ ਦੇ ਵਸਤਰ ਗਿੱਲੇ, ਸਿੰਘ ਕਈ ਦਿਨ ਦੇ ਭੁੱਖੇ ਹਨ, ਉਧਰ ਸੋਦਰ ਦਾ ਸਮਾਂ ਹੋ ਗਿਆ। ਸੋਦਰ ਦਾ ਸਮਾਂ ਹੋਇਆ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਿੰਘਾਂ ਨੂੰ ਆਖਣ ਲੱਗੇ, ਸਿੰਘੋ ਚਲੋ ਆਪਾਂ ਇਕੱਠੇ ਬੈਠ ਕੇ ਸੋਦਰ ਲਹਿਰਾ ਸਾਹਿਬ ਦਾ ਪਾਠ ਕਰੀਏ। ਧਿਆਨ ਆਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਉਸ ਸਮੇਂ ਸਿੰਘਾਂ ਵਿੱਚ ਬੈਠ ਕੇ ਚੌਂਕੜੇ ਮਾਰ ਕੇ ਸੰਧਿਆ ਵੇਲੇ ਚਮਕੌਰ ਦੀ ਗੜੀ ਦੇ ਵਿੱਚ, ਕੱਚੀ ਗੜੀ ਦੇ ਵਿੱਚ ਪਾਤਸ਼ਾਹ ਜੀ ਨੇ ਸੋਦਰ ਲਹਿਰਾ ਦਾ ਪਾਠ ਕੀਤਾ ਸਿੰਘਾਂ ਦੇ ਸਿਰ। ਕਿਹੋ ਜਿਹਾ ਸਮਾਂ ਸੀ, ਕਿਹੋ ਜਿਹੇ ਹਾਲਾਤ ਸੀ, ਪਰ ਨਿਤ ਦਾ ਨਿਯਮ ਨਹੀਂ ਤਿਆਗਿਆ। ਪਤਾ ਹੈ ਕਿ ਸਵੇਰੇ ਹੁਣ ਪਾਛੇ ਪੈਣੇ ਨੇ, ਗੜੀ ਨੂੰ ਘੇਰਾ ਪਿਆ ਹੋਇਆ ਹੈ, ਤੇ ਸਵੇਰੇ ਸਾਡੇ ਜਿਹੜੇ ਜਾਨਾ ਤਾਂ ਫਿਰ ਸਿੰਘ ਨੇ ਨਾ ਕਿ ਮੁੱਠੀ ਪਰ ਸਿੰਘ ਅੱਜ ਉਹਨੂੰ ਮਿਲ ਰਿਹਾ ਤੇ ਕੱਲ ਨੂੰ ਮੈਂ ਮਿਲਾਂਗਾ ਨਹੀਂ, ਇਹ ਲੋਕਾਂ ਇੱਥੇ ਰਹਿ ਜਾਣਾ। ਤੇ ਅਸਲ ਵਿੱਚ ਸਿੰਘ ਸੂਰਮੇ ਜਿਹੜਾ ਜੁਝਾਰੂ ਮਨ ਸਿੰਘਾਂ ਵਿੱਚ ਪੈਦਾ ਹੋਇਆ ਸੀ,
वो कितों पैदा, इसे ही बाणी करके सिमरन करके ही पैदा होया। एक तो गुरु की बख्शिश सी, गुरु का थापड़ा, दूजा गुरु सवारे सिमरन की ताकत सी कि सिमरन की ताकत के नाल एक अवस्था बनी। कले कले सिंह पता है कि हम आप मैदाने जंग के बाहर जावांगे ते बाहर जाके साडे जिहड़े शरीर है सही सलामत नहीं आउणगे, साडे सिर टुकड़े टुकड़े होणगे, पर बेपरवाह शरीर का मोह है ही नहीं। ऐसी सतगुर ने कृपा की, नाम जप के गुरु गुरु आके उन्होंने मन के विचों शरीरों का मोह खत्म हो चुका है। ते यही पंक्तियां अपने मन में धारण कीतियां हुई ने कि मेरा गुरु कहता है कि पहला मरण कबूल जीवन की छड़ आस, हो सबना की रेणका तो आओ तुम्हारे पास। मेरा गुरु ये कहता है कि कबीर जी स्मरने ते जग डरै, मेरा मन आनंद मरने हिते पाइया पूर्ण परमानंद। इन्हां पंक्तियां दे धारनी बाणी बने सन, जिस करके शरीरां दा मोह त्यागया होया सी ते फिर उस सूरमे बने मैदाने जंग दे विच बैरियां दे आगू लाते हुए एक नहीं अनेकां ने शहादत दे जाम कीते। ये बख्शिश होई नाम जप के बंदगी करके ही। इस करके कोशिश करो जिहड़े आपों दा महीना है ते आपां ये याद रखिए कि 6-7 दिन बहुत गुरु कलगीधर पातशाह ने आनंदपुर साहिब का किला छड्डिया ते 13 मोह तक गुरु कलगीधर पातशाह के 4 साहिबजादे शहीद हो चुके सन। 14 मोह दशमेश पिता जी इत्थे पहुंच जाते हैं अपने स्थान से। एक हफ्ते दे विच माता गुजर कौर शहीद, बाबा जोरावर सिंह फतेह सिंह जी जिउंदियां दीआं जड़ना शहीद, दोवां नूं गुरु कलगीधर पातशाह ने अपने नेत्रां दे सामने शहीद करवा दिया। चंगोर की गढ़ी दे विच जाना तो प्यारे जिन्होंने 5 प्यार का खिताब देना कीता, भाई मोहन सिंह, भाई हिम्मत सिंह, भाई साहब सिंह, ये 3 शहीद चमकौर की गढ़ी दे विच। इथों तक जिस धरती उत्ते आपां बैठे हुए आलमगीर नगर दे विच 3 शहीद हुए ने चमकौर की गढ़ी दे विच। सुखा सिंह शेर सिंह ते शरदूल सिंह भाई नगाइया सिंह का पुत्र। वो भाई नगाइया सिंह जिन्हें गुरु कलगीधर पातशाह नूं घोड़ा भेटा किया, उहदा पुत्र भी मैदाने जंग च चमकौर की गढ़ी में शहीद होया। शहीदां दा पिंड ते माफ करना, जिस पिंड में शहीद हुए मन गुरु कलगीधर पातशाह ने अपना सब कुछ कुर्बान किया होवे, अज उसे ही पिंड दे जिहड़ी सिੱਖੀ है साडे नौजवान वीर ने वो सिੱਖੀ तो मुनकर हो रहे, केसां का कदर किया जा रहा है, नशे के सेवन किए जा रहे हैं। इत्थों तक हालात इहो जिहे बन चुके हैं कि कन्नां दे विच वालियां पईयां। एक पास आप कहते आप भाई नगाइया सिंह के वारस हाँ, यही आखते ना कि साडे भाई नगाइया सिंह साडे होए ने, उन्होंने गुरु कलगीधर पातशाह घोड़ा भेटा किया ते दूजे पासे साड़ियां शक्लां सूरतां भाई नगाइया सिंह नाल मिलदियां नहीं। भाई नगाइया सिंह साबर सूरत से अमरधारी सी ना, साबर सूरत से अमरधारी सी ते गुरु सवारियो कलगीधर पातशाह महाराज के बचना उत्ते पहला देने वाला सी, जिन्हें अपनी जिंद जान गुरु लई लेके ला दी। शहीद करता परिवार बाद विच ते उस भाई नगाइया सिंह के वारस होइए ते साडे सिर उत्ते जूड़ा ना होवे, मुख उत्ते दाढ़ी ना होवे।
पंजा विकार तो दूर की गल है, पांच विकार पहनने अमर छकना दूर की गल है। ना साडे सिर उत्ते जूड़ा रहा ना कूड़ा रहा, गुरमुखी नूं भुल गए आपां ते जूड़े कूड़े ते जूड़े नूं आपां विसार दित्ता। साडे बाबे ने जिन्हां ने जिउंदियां ने अपने गोटे गोडे ते गिट्टे छुड़ाए, देसियां दे नाल, पर जालमां दे गुरु सवार जालम कहते ने दीने सलाम कबूल करो। कहन लगे साडे बड़े वडेरे के सिर जावे ना जावे, साडा सिक्खी सिदक ना जावे। ते कहते कि साडे पिता को कहते हैं साडे बड़े वडेरे ने सिखाया होया है, इस करके सानू अपना धर्म प्यारा है। सिरां दे मुल पै रहे ने, गिट्टे छिले गए, टप्पड़ियां ला दित्तियां गईयां, साह लगा करके शहीद कर दिता, कट के शहीद किया गया। पर धर्म जिहड़ा है परिवर्तन नहीं किया, अपने धर्म से परवाह करे। अज साडी हालत हो चुकी है, माफ करना, फैशन प्रस्ती में ऐसे आप खचत हो गए कि अपने बड़े वडेरियां नूं आपां भुल गए। जिहड़े असली बड़े वडेरे ने, साहिबजादे चमकौर की गढ़ी शहीद कुंवर सिंह या साडे गुरु साहिबान जी, वो तो सानूं भुल गए। पर जिहड़ियां छोटियां छोटियां मठियां बणियां होईयां ने, चार ईंटां रख के ते उत्थे जाके मत्था टेकदे कि साडे बड़े वडेरे ये ने, वो याद रहे। इहदा कोई इतिहास नहीं है। साडे कोई जिंदा जागदा इतिहास जिहड़ा बच्चे बच्चे दी जवान होंदे है, हर एक नूं पता कि चार साहिबजादे किहड़े सन, की किवें शहीद किया गया, वो साडे कोल अपना इतिहास है, वो सानूं याद नहीं है। इस करके जे गुरु दीयां खुशियां जानियां ने, साहिबजादे नूं असली श्रद्धांजलि देनी है ते कोशिश करे जदा आपां फतेहगढ़ साहिब की धरती ते जाना ना, जां चमकौर साहिब जाना, नौजवान वीरां नूं हथ जोड़ के बेनती है कि सिरां उत्ते दस्तारां जरूर सजा के सिरां उत्ते दस्तारां सजा के जाओ, ताकि पता लगे कि आपां साहिबजादियां दे वारस हां ते आपां सिरां उत्ते दस्तारां सजावांगे ते साहिबजादे खुश होणगे। चलो साडे स्थान ते आए ने, जे केस दाढ़ी रखना कि दस्तार दा मैनूं सजाई कहण जोगे होवांगे। श्रद्धांजलि असली यही है कि आपां बाणी पढ़िए, सिमरन करिए, उन्हां दी याद सुबह शाम आपां जुड़ना करिए। फिर गुरु सवारे गुरु कलगियां वाले पातशाह दी खुशियां मिलणगियां, साहिबजादे दी प्रसन्नता प्राप्त होवेगी। तो सतगुरु जी कहते ने आपत की नाही मानता बसा मुखे, कहते हे परमेश्वर मैं तेन मन करके दान करके गुप करके तेन चेते करदा हां, तेरी आराधना करदा हां, पर तू आपत की नाही मेरे हिरदे रूपी घर में क्यों नहीं आ रहा? हिरदे रूपी घर में आके वासा करना कर। मन तन रब रहिया जग जीवन, गुर शब्दी रंग माणी। कहते सतगुरु जी बचन करते ने, कहते भाई जगत नूं जीवन देण वाला परमेश्वर है, वो मन विच भी है, तन विच भी है, सारिया थावां ते कहते वो रमिया होया है। कहते ऐसे परमेश्वर के नाल ऐ जीव इसलिए गुर शब्दी रंग माणी, गुर शब्द नाल जुड़ के उस आनंद नूं मानना कर। उस परमेश्वर के ते गुणां दा ज्ञान कर, शब्द की विचार करना कर, शब्द च अपने मन को होना कर। अंडज जेरज सेतज उत्पुज, घट घट जोत समाणी। गुरु पातशाह जी अगली पंक्ति बख्शिश करते हैं, जिन्हों ने गुरु शब्द के रंग नूं मनना कीता, मानता में सब परमात्मा ने उन्हें देखना किया, ते सतगुरु कहते फिर उन्हों की अवस्था इहो जी बन जाती है। चार खाणियां अंडज जेरज सेतज ते उत्पज।
अंडियां तो पैदा होने वाले पंछी इत्यादि, जेल तो पैदा होने वाले जिहदे मनुख जानवर इत्यादि ते दूर सवारियों। इस तरह सेतज मुड़के तो पैदा होने वाले पसीने तो पैदा जीव जंतु ते इस तरह धरती ते उगण वाले जीव, ये चार प्रकार दी खाणियां। सतगुरु जी कहते हैं कि इन्हां सारियां दे विच ही घट घट जोत समाणी, चार खाणियां दे जीव जंतु पैदा कीते ने, इन्हां सारियां दे विच उस मालक दी जोत समाणी समाई होई है। पर वाहिगुरू परमात्मा ही सारियां दे विच घट घट मैं हर जू बसै संतन मिलो होगा। कीड़े मकोड़े विच भी रब है ते मनुख दे विच भी रब है। जिहड़ी परमात्मा की बनाई हुई कुदरत है, वनस्पति है, बड़े बड़े पहाड़ ने, दरिया ने, नदियां नाले हैं, समुद्र ने, इन सारिया जो वाहिगुरू आप समाया जोत समाई। इस करके घट घट जोत समाणी सारिया उस मालक की जोत है। दर्शन देहो दया मत दाते, गत पावो मत देहो। गुरु पातशाह जी अखीरली पंक्ति बख्शिश करते हैं, कहते इस तरीके के नाल उस वाहिगुरू के चरणों में बेनती करो कि हे दया पत, दया दे घर पत पति परमेश्वर साडे उत्ते बख्शिश करो, रहमत करो, सानू दर्शन दे। आप जी बख्शिश करके अपने दर्शन दीदारे सानू बख्शना करो, क्योंकि आप जी के दर्शन दीदारे प्राप्त करके सानू प्राप्त की प्राप्त की होंदा है, क्योंकि परमात्मा जिहड़ा है दाता है, उहदे हत्थ सारियां दातां ने। हर एक जीव जंतु की रोजी रोटी का प्रबंध उन्हें कोई मालिक ही करता है। मनुख के मन में यह भुलेखा है कि मैं जीवां को रोजी रोटी दे रहा, परिवार का मेंबर है, अपने परिवार को संभालता, जिम्मेवारी संभाल के की करता। पर एक गलत फहमी सारी जिंदगी की विचरदा कि मैं परिवार की पालना पोषण कर, नहीं, तू नहीं कर रहा। तैनू परमात्मा ने रिज़्क बख्शिश किया, तैनू परमात्मा ने कारोबार बख्शिश किया। जे परमात्मा तेरे पास कारोबार करा रहा, तेरे घर च फिर पैसे आ रहे ने, उहदे राही फिर तेरे परिवार का गुजरान हो रहा, एक जरिया बनिया होता है। पालना पोषणा करने वाला परमात्मा खुद है, ते आपां सारे जरिए बने हुए ने, ते आपां शुक्र करना है, दसां नूं दी किरत करनी है, ते परमात्मा का शुक्र करना कि परमात्मा तू मेरे ते मेरे परिवार की पालना पोषण तू कर रहे हैं। तेरी कृपा दे नाल मेरे मालिका मेरे परिवार की पालना पोषण हो रही है। जे तू कृपा न करे तो कुछ भी नहीं हो सकता। ये परमात्मा एडा बड़ा दाता है, की प्रतिपालना करता। गुरु कारगिल पातशाह को पूछो कि सतगुरु कहते हैं दीनन की प्रतिपाल करे नित, संत उबार गनी मन गारै, पश पशु जग नाग नराधत, सब समय सबको प्रतिपारै। पोखत है जल में थल में, कर के निज कर्म विचारै, दीन दयाल दया निध, दोखन देखत है पर दैत न। सारियां दी प्रतिपालना करता, केड़ी पावन शादे पाए सदगुरु कार्य करते किसी परंपरा नहीं करते, सारे दी कार्य वक्री गल है। किसी को बहुत मेहनत मुशक्कत करके रोटी प्राप्त होती है, कईयां नूं मेहनत थोड़ी करनी पैंदी है ते प्रसादा सौखा मिल जाता है। वो अपने अपने जीव के कीते करते हैं, जिहो जिहा आपां कर करांगे उहो जिहा कोई सानूं फल मिलेगा। एक ना दे घर गरीबी है, एक ना दे घर अमीरी है, ते ये गरीबी अमीरी भी अपने कर्मां दी। इहो जिहा आपां पुण्य दान कीते पुण्य दान
ਲੋੜਵੰਦਾਂ ਦੀ ਸਹਾਇਤਾ ਕਰਾਂਗੇ, ਉਹ ਸਾਨੂੰ ਫਲ ਚੁਗਣਾ ਕਰਦਾ ਹੈ। ਦੇਖੋ, ਗੁਰੂ ਘਰ ਆਪਾਂ ਆਉਂਦੇ, ਕਿਸੇ ਧਾਰਮਿਕ ਸਥਾਨ ਦੇ ਗੁਰਦੁਆਰਾ ਸਾਹਿਬ ਆਉਂਦੇ ਆ, ਜਾਂ ਕਿਸੇ ਲੋੜਵੰਦ ਦੀ ਮਦਦ ਕਰਦੇ ਦਸਵੰਧ ਕੱਢਦੇ, 10 ਰੁਪਏ ਗੁਰੂ ਦੀ ਕੋਟ ਦੇ ਵਿੱਚ ਪਾਏ, ਜਿੰਨੇ ਵੀ ਪੈਸੇ ਪਾਏ ਨੇ, ਜਿਵੇਂ ਆਪਾਂ ਬੈਂਕ 'ਚ ਪੈਸੇ ਜਮ੍ਹਾਂ ਕਰਾਂਦੇ ਨਾ, ਵਿਆਜ ਲੱਗਦਾ ਹੈ, ਤੇ ਇਸੇ ਤਰ੍ਹਾਂ ਗੁਰੂ ਘਰ ਆ ਕੇ 10 ਰੁਪਏ ਭੇਟਾ ਕੀਤੇ ਤੇ ਉਹਦਾ ਸਾਨੂੰ ਵਿਆਜ ਮਿਲਦਾ ਗੁਰੂ ਦੇ ਦਰ ਤੋਂ। ਮਤਾ ਮਨ 'ਚ ਇਹ ਖਿਆਲ ਕਰਨਾ, ਕਦੇ ਇਹ ਨਹੀਂ ਜਾਣਾ ਕਿ ਮੈਂ ਗੁਰੂ ਦੀ ਕੋਲ ਕੇ ਇੰਨੇ ਪੈਸੇ ਪਾ ਦਿੱਤੇ, ਮੈਂ ਇੰਨੇ ਬਾਣਾ ਕੀਤੇ, ਨਹੀਂ, ਇਹ ਨਹੀਂ ਜਾਣਾ। ਤੇ ਗੁਰੂ ਨੂੰ ਆਪਾਂ ਕੀ ਅਰਪਣ ਕਰ ਸਕਦੇ ਹਾਂ? ਗੁਰੂ ਨੂੰ ਤਾਂ ਆਪਾਂ ਗੁਰੂ ਦੇ ਬਖਸ਼ੇ ਹੋਏ ਖਜ਼ਾਨੇ ਤੋਂ ਹੀ ਭੇਟਾ ਅਰਪਣ ਕਰ ਸਕਦੇ ਹਾਂ, ਹੋਰ ਕੁਝ ਨਹੀਂ ਕਰ ਸਕਦੇ। ਪਰ ਭੇਟਾ ਅਰਪਣ ਕਰਦਿਆਂ ਸਮੇਂ ਕਦੇ ਆਪਣਾ ਆਪ ਨਹੀਂ ਜਨਾਣਾ। ਇਹ ਆਖਣਾ ਕਿ ਸਤਿਗੁਰੂ ਤੇਰਾ ਰੂਪ ਸੌਂਪ ਦੇ ਪਿਆਰਾ ਕਰਕੇ, ਇਸ ਤਰ੍ਹਾਂ ਆਖਣਾ ਹੈ ਕਿ ਦੇਖੋ ਗੁਰੂ ਨੇ ਕਿੰਨੀਆਂ ਬਖਸ਼ਾਂ ਕਰਨੀਆਂ, ਜਿੱਦਾਂ ਇਹ ਵਿਆਜ ਦਿਨ ਦਿਨ ਵੱਧਦਾ ਜਾਵੇ, ਗੁਰੂ ਨੇ ਪੜ੍ਹੀ ਫਿਰ ਉਹੀ ਇਹੀ ਕਾਰਨ ਹੈ ਕਿ ਉਹਨਾਂ ਦੇ ਘਰ ਗਰੀਬੀ, ਉਹਨਾਂ ਦੇ ਘਰ ਅਮੀਰੀ ਹੈ। ਗੁਰੂ ਘਰ ਨੂੰ ਕੁਝ ਦਾਨ ਦੇਈਏ, ਗੁਰੂ ਘਰ ਨੂੰ ਭੇਟਾ ਕਰੀਏ, ਦਾਨ ਸ਼ਬਦ ਨਹੀਂ ਵਰਤਣਾ, ਭੇਟਾ, ਤੇ ਉਹ ਫਿਰ ਭੇਟਾ ਕੀਤੀ ਹੋਈ ਸਾਡੀ ਵੱਧਦੀ ਹੈ, ਫੁੱਲਦੀ ਹੈ, ਪਰ ਲੋੜ ਹੈ ਸ਼ਰਧਾ ਤੇ ਭਾਵਨਾ। ਤੇ ਗੁਰੂ ਕਹਿੰਦਾ ਹੈ ਲੋੜ ਪੈਣ ਤੇ ਕਿਸੇ ਗਰੀਬ ਦੀ ਮਦਦ ਕਰਨੀ ਹੈ। ਕੋਈ ਬੱਚਾ ਸਕੂਲ 'ਚ ਪੜ੍ਹ ਰਿਹਾ ਹੈ, ਤੇ ਆਪਣੀ ਯੂਨੀਫਾਰਮ ਲੈਣ ਲਈ ਪੈਸੇ ਨਹੀਂ ਹਨ, ਯੂਨੀਫਾਰਮ ਲੈ ਦੇ, ਕਿਤਾਬਾਂ ਨਹੀਂ, ਕਿਤਾਬਾਂ ਲੈ ਦੇ, ਜਾਂ ਹੋਰ ਕੋਈ ਕਾਰਜ, ਲੜਕੀ ਦੀ ਸ਼ਾਦੀ ਹੈ, ਪਰਿਵਾਰ ਗਰੀਬ ਹੈ, ਨਹੀਂ ਆਪਣੀ ਲੜਕੀ ਦੀ ਸ਼ਾਦੀ ਕਰ, ਕੋਈ ਨਾ ਕੋਈ ਸਾਜੋ ਸਮਾਨ ਮਿਲ ਕੇ ਲੈ ਦੇ। ਗੁਪਤ ਰੂਪ 'ਚ ਮਦਦ ਕਰਨੀ ਹੈ ਗੁਰੂ ਦੇ ਦਸਵੰਧ ਦੇ ਵਿੱਚੋਂ। ਗੁਰੂ ਘਰ ਦੇ ਕਾਰਜਾਂ ਦੀ ਸੇਵਾਵਾਂ 'ਚ ਲੰਗਰ ਕਰਦੇ ਨੇ, ਬਹੁਤ ਸੇਵਾਵਾਂ ਚੱਲਦੀਆਂ ਨੇ, ਇੱਧਰ ਹਿੱਸਾ ਪਾ ਦੇਣਾ। ਇਹ ਸਾਰੀਆਂ ਕੀਤੀਆਂ ਹੋਈਆਂ ਸੇਵਾਵਾਂ ਪ੍ਰਵਾਨ ਨੇ, ਪਰ ਪ੍ਰਵਾਨ ਉਦੋਂ ਹੈ ਜਦੋਂ ਆਪਣਾ ਆਪਣਾ ਕਰਨਾ। ਕਿਸੇ ਗਰੀਬ ਦੀ ਲੜਕੀ ਦੀ ਸ਼ਾਦੀ ਦੀ ਮਦਦ ਕਰਤੀ, ਵਿਆਹ ਦੀ ਸਾਰੀ ਤਿਆਰੀ ਕਰਤੀ, ਤੇ ਆਪਣੀਆਂ ਫੋਟੋਆਂ ਅਖਬਾਰ 'ਚ ਕੀ ਵੀ ਕਹਿਣਾ ਹੁੰਦੇ, ਇੱਕ ਪਾਸੇ ਮਦਦ ਕਰ, ਦੂਜੇ ਪਾਸੇ ਪਰਿਵਾਰ ਨੂੰ ਭੰਡ ਰਿਹਾ। ਇਹਦਾ ਮਤਲਬ ਇਹ ਹੈ ਨਾ ਕਿ ਫਲਾਣੇ ਦਾ ਪਰਿਵਾਰ ਆਪਣੀ ਲੜਕੀ ਦੀ ਸ਼ਾਦੀ ਨਹੀਂ ਕਰ ਸਕਦਾ ਸੀ, ਤੇ ਮੈਂ ਮਦਦ ਕੀਤੀ ਜਾ ਕੇ, ਮੈਂ ਆਪਣਾ ਆਪ, ਮੇਰੇ ਤੋਂ ਬਿਨਾਂ ਇਹ ਕਾਰਜ ਨਹੀਂ, ਜੇ ਮੈਂ ਮਦਦ ਕੀਤੀ ਤਾਂ ਫਲਾਣੇ ਦੀ ਲੜਕੀ ਦੀ ਸ਼ਾਦੀ ਹੋਈ। ਇਹ ਵੱਡੀ ਗਲਤ ਫਹਿਮੀ ਹੈ ਸਾਡੇ ਕੋਲ। ਇਸ ਤਰ੍ਹਾਂ ਨਹੀਂ ਕਰਨਾ। ਗੁਰੂ का सिख कैसा है? परोपकार करता है, काए का भला करता है, ते सिख कदे अपना आप नहीं बनाता। सिख कहता कि गुरु का खजाना, गुरु के खजाने विचों आप मैं भेटा दे रहा है कि मेरे गुरु का हुक्म है, मैं अपने गुरु की हुक्म की पालना कर रहा। सिख इस तरीके अपने जीवन को व्यतीत करता है। फिर गुरु सवारे इस तरीके ना अपना जीवन व्यतीत करांगे, फिर सानू सतगुरु ने 4 प्रकार के पदार्थ दे, कमी नहीं किसी प्रकार दे। इस करके गुरु ही बड़ा दाता है। गरीबी ते अमीरी ते साडे अपने कर्मां दी है। ते सतगुरु महाराज कहते ने, कहते भाई उस मालक के चरणों से बेनती करो, हे दया दाते परमेश्वर, दया दे पति मालक जी, साडे ते बख्श दो, सानू दर्शन दे, सानू अपने दीदार बख्शना करो, गद पावो, मत देवो, सानू इहो जी मत देना करो, श्रेष्ठ अकल देना करो, जिहदे राही पातशाह असीं गद पावो, आप जी का सिमरन करके सेवा करके मुक्ति प्राप्त कर लीए। ये पातशाही साडे उत्ते आप की बख्शिश करना करो। नानक रंग रवै रस रसिया, हास्यों प्रीत स्नेहो। नानक गुरु जी अखीरली पंक्ति च बख्शिश करते हैं, रंग रवै, कहते जिहड़े उस बालक दे रंग आनंद विच मस्त रहते हैं,
ਉਸ ਮਾਰਗ ਦੇ ਜਸ ਨੂੰ ਉਚਾਰਨ ਕਰਦੇ ਹਨ, ਉਸ ਮਾਰਗ ਦੇ ਨਾਮ ਦਾ ਰਸ ਮਾਣਦੇ ਹਨ। ਉਹ ਰਸੀਆ ਬਣ ਜਾਂਦਾ, ਕਹਿੰਦਾ ਨਾਮ ਦਾ ਰਸੀਆ ਬਣ ਕੇ ਰਸ ਨੂੰ ਮਾਣਦੇ ਨੇ। ਫਿਰ ਉਹ ਹਰ ਸਮੇਂ ਹਰ ਨੂੰ ਪ੍ਰੀਤ ਸਨੇ ਹਰੀ ਪਰਮੇਸ਼ਰ ਦੇ ਨਾਲ ਪ੍ਰੀਤੀ ਕਰਦੇ ਨੇ, ਉਹਦੇ ਨਾਮ ਨਾਲ ਸਨੇਹ ਕਰਦੇ ਹਨ। ਉਹ ਹਰ ਸਮੇਂ ਸਾਸ ਗਰਾਤ ਦੁਆਰਾ ਉਸ ਮਾਲਕ ਦਾ ਨਾਮ ਜਪ ਕੇ ਉਸ ਮਾਲਕ ਵਿੱਚ ਭੇਦ ਹੋ ਜਾਂਦੇ ਨੇ ਤੇ ਪ੍ਰਭੂ ਦੀ ਰਜ਼ਾ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ। ਫਿਰ ਉਹ ਕਹਿੰਦੇ ਨੇ ਕਿ ਆਪੇ ਹਰ ਇੱਕ ਰੰਗ ਹੈ, ਆਪੇ ਉਹ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਇਸ ਤਰੀਕੇ ਨਾਲ ਉਹ ਮਾਲਕ ਦਾ ਵਾਹਿਗੁਰੂ ਦਾ ਸ਼ੁਕਰ ਕਰਦੇ ਹਨ। ਇਹ ਗੁਰੂ ਸਵਾਰੇ ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਨੂੰ ਬੋਲਦੇ ਤੇ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਹਨ। ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਆਓ ਖੇਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਦਰਸ਼ਨ ਦੇਹੋ ਦਇਆ ਮਤ ਦਾਤੇ, ਗਤ ਪਾਵੋ ਮਤ ਦੇਵੋ।